ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਤੇ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਸਵਾਗਤ ਹੈ ਸਰਜੀਤ ਸਿੰਘ ਕੁੱਕੀ ਗੱਲ ਹੋਰਾਂ ਦਾ। ਗਿੱਲ ਸਾਹਿਬ ਸਵਾਗਤ। ਥੈਂਕ ਯੂ। ਮਿਹਰਬਾਨੀ ਗਿੱਲ ਸਾਹਿਬ। ਗਿੱਲ ਸਾਹਿਬ, ਕੱਲ੍ਹ ਪੰਚਤੰਤਰ ਤੋਂ ਲੋਕਤੰਤਰ ਦੀ ਹੋ ਰਹੀ ਹੈ। ਲੋਕਤੰਤਰ ਲਾਠੀ ਤੰਤਰ ਬਣ ਰਿਹਾ। ਭਾਰਤ ਦੀ ਚੱਲ ਰਹੀ ਇਸ ਸੈਸ਼ਨ ਪਾਰਲੀਮੈਂਟ ਦੇ ਦੋਨਾਂ ਸਦਨਾਂ 'ਚ ਰੌਲਾ ਰੱਪਾ ਕਿ ਭਾਰਤ 'ਚ ਲੋਕਤੰਤਰ ਹੈਗਾ, ਇਹਨੂੰ ਬਦਨਾਮ ਕੀਤਾ ਜਾ ਰਿਹਾ। ਆਪੋਜੀਸ਼ਨ ਦੇ ਆਗੂ ਰਾਹੁਲ ਨੂੰ ਘੇਰਿਆ ਜਾ ਰਿਹਾ। ਲੋਕਤੰਤਰ ਨੂੰ ਲੈ ਕੇ ਭਾਰਤ ਦੇ ਲੋਕ ਵੀ ਕਈ ਵਾਰੀ ਨਾਰਾਜ਼ ਨੇ ਕਿ ਲੋਕਤੰਤਰ ਹੈ, ਲਾਠੀ ਤੰਤਰ ਹੈ। ਵਿਸ਼ਵ ਪੱਧਰ 'ਤੇ ਇਸ ਵੱਡੇ ਲੋਕਤੰਤਰੀ ਮੁਲਕ ਦੀਆਂ ਚਰਚਾਵਾਂ ਨੇ। ਸ਼ੁਰੂਆਤ ਪਾਰਲੀਮੈਂਟ ਤੋਂ ਕਰਦੇ ਹਾਂ, ਫਿਰ ਪੰਜਾਬ ਸਿਆਸਤ ਕਰਾਂਗੇ। ਜਥੇਦਾਰ ਸਾਹਿਬ, ਉਸ ਰਿਪੋਰਟ 'ਤੇ ਜੋ ਅਜਨਾਲਾ ਦੇ ਸਬੰਧ ਵਿੱਚ ਆਈ ਹੈ, ਘੱਟ ਗਿਣਤੀਆਂ ਅਤੇ ਵੱਧ ਗਿਣਤੀਆਂ ਦੇ ਰਫੜ ਨੇ। ਭਾਰਤ ਅਤੇ ਪਾਕਿਸਤਾਨ ਦੇ ਸਬੰਧ ਲਗਾਤਾਰ ਕੌੜੇ ਕਸੈਲੇ ਹੁੰਦੇ ਜਾ ਰਹੇ ਨੇ। ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਬਹੁਤ ਕੁਝ ਹੋ ਰਿਹਾ। ਪੰਜਾਬ ਦੀ ਸਿੱਖ ਸਿਆਸਤ ਚਾਰੇ ਪਾਸਿਓਂ ਘਿਰੀ ਹੈ। ਇਹਦੇ 'ਚ ਬਾਦਲ ਅਕਾਲੀ ਦਲ ਵੀ ਅਤੇ ਗੈਰ ਬਾਦਲ ਅਕਾਲੀ ਦਲ ਵੀ ਇੱਕ ਅਜਿਹੇ ਟਰੈਪ 'ਚ ਆਇਆ ਜਿਹੜਾ ਤੇਂਦੂਆ ਜਾਲ ਹੈ। ਇਸ ਦੌਰਾਨ ਸ਼ੁਰੂਆਤ ਕਰਦੇ ਹਾਂ ਪਾਰਲੀਮੈਂਟ ਤੋਂ। ਸਰ ਰਣਜੀਤ ਸਿੰਘ ਕੁੱਕੀ ਗੱਲ ਜੀ, ਕੀ ਲੱਗਦਾ ਕਿ ਪਾਰਲੀਮੈਂਟ 'ਚ ਜਿਸ ਤਰ੍ਹਾਂ ਸੱਤਾਧਾਰੀ ਧਿਰ ਵਾਕਈ ਰੌਲਾ ਪਾ ਰਹੀ ਹੈ ਕਿ ਰਾਹੁਲ ਗਾਂਧੀ ਮਾਫੀ ਮੰਗੇ, ਕਿ ਵਾਕਈ ਉਹਨਾਂ ਨੇ ਲੋਕਤੰਤਰ ਦੀ ਪਿੱਠ ਲਵਾ ਦਿੱਤੀ ਹੈ? ਲੰਡਨ ਜਾ ਕੇ ਜੋ ਕੁਝ ਬੋਲੇ ਨੇ, ਕੀ ਸਥਿਤੀ ਹੈ? ਮੇਰਾ ਖਿਆਲ ਹੈ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ ਲੰਮੇ ਸਮੇਂ ਤੋਂ, ਇੱਕ ਤਾਂ ਜਿਹੜਾ ਪਾਰਲੀਮੈਂਟਰੀ ਲੈਵਲ ਆਫ ਡਿਬੇਟ ਆ, ਜਿਸ ਤਰ੍ਹਾਂ ਦੀ ਆਪਾਂ ਆਸ ਕਰਦੇ ਹਾਂ ਕਿ ਉੱਥੇ ਉਸ ਤਰ੍ਹਾਂ ਦਾ ਮਿਆਰ ਦੀ ਡਿਬੇਟਸ ਤੇ ਆਪਸ ਡਿਸਕਸ਼ਨ ਹੋਣੀ ਚਾਹੀਦੀ ਆ, ਉਹ ਵੀ ਬਹੁਤ ਮਤਲਬ ਕਿ ਉਹਦੇ 'ਚ ਬਹੁਤ ਵੱਡੇ ਗੈਪਸ ਆ ਚੁੱਕੇ ਆ। ਜਿਸ ਤਰ੍ਹਾਂ ਦਾ ਅਨਰੂਲੀ ਬਿਹੇਵੀਅਰ ਆ ਬਿਟਵੀਨ ਮੈਂਬਰਸ ਆਫ ਪਾਰਲੀਮੈਂਟ, ਜਦੋਂ ਉਹਨਾਂ ਦਾ ਲੈਵਲ ਆਫ ਡਿਬੇਟ ਇੱਕ ਮਹਿਣੋ ਮਹਿਣੀ ਵਿੱਚ ਆ ਜਾਂਦਾ ਤੇ ਉਹ ਜਿਹੜਾ ਲੈਵਲ ਹੈਗਾ ਡਿਸਕਸ਼ਨ ਦਾ, ਉਹਦੇ ਵਿੱਚ ਜਿਹੜੀ ਸ਼ਬਦਾਵਲੀ ਆ ਉਹ ਕਿਤੇ ਨਾ ਕਿਤੇ ਉਸ ਟਾਈਮ ਦੀ ਕੈਜ਼ੁਅਲਟੀ ਬਣ ਰਹੀ ਆ। ਉਹ ਵੀ ਜਿਹੜਾ ਪਾਰਲੀਮੈਂਟਰੀ ਜਿਹੜਾ ਸੈਸ਼ਨਸ ਹੈਗੇ ਨੇ, ਉਹਨਾਂ ਦਾ ਸਮਾਂ ਵੀ ਘਟਦਾ ਜਾ ਰਿਹਾ, ਡੇਜ਼ ਵੀ ਘਟਦੇ ਜਾ ਰਹੇ ਨੇ। ਜੇ ਆਪਾਂ ਪਿਛਲੇ ਸਮੇਂ 'ਚ ਦੇਖੀਏ, ਜਦੋਂ ਲੋਕਤੰਤਰ ਭਾਰਤ ਦਾ ਇਹ ਮੌਜੂਦਾ ਚੱਲਿਆ ਤਾਂ ਲਗਾਤਾਰ 16 ਦਿਨ ਡਿਬੇਟ ਚੱਲਦੀ ਸੀ ਜੀ, ਤੇ ਤਕਰੀਬਨ 20 ਘੰਟੇ ਪਾਰਲੀਮੈਂਟ ਦੀ ਸਿਟਿੰਗ ਹੁੰਦੀ ਸੀ ਇੱਕ ਦਿਨ ਦੇ ਵਿੱਚ। ਤੇ ਜਿਹੜੀ ਮਤਲਬ ਕਿ ਔਸਤਨ ਐਵਰੇਜ ਸਿਟਿੰਗ ਸੀਗੀ ਪਾਰਲੀਮੈਂਟਸ ਦੀ ਇਨ ਈਅਰ, ਉਹ ਕਲੋਜ਼ ਟੂ 190 ਡੇਜ਼ ਦੇ ਤਕਰੀਬਨ ਹੁੰਦੀ ਸੀ, ਇਵਨ ਮੋਰ ਦੈਨ ਦੈਟ। ਉਹ ਹੁਣ ਘਟ ਕੇ ਜਿਹੜੀ ਹੈਗੀ ਆ 60-70 ਤੋਂ ਵੀ ਥੱਲੇ ਆ ਰਹੀ ਆ, ਕਿਉਂਕਿ ਜਿਹੜੀ ਮਤਲਬ ਕਿ ਰੂਲਿੰਗ ਪਾਰਟੀ ਹੈਗੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਲੀਮੈਂਟ ਦੇ ਸੈਸ਼ਨ ਘੱਟ ਬੁਲਾਉਣਾ ਚਾਹੁੰਦੇ ਨੇ ਜੀ। ਜਦੋਂ ਬੁਲਾਇਆ ਵੀ ਜਾਂਦਾ ਹੈਗਾ ਤੇ ਉਹਦੇ ਵਿੱਚ ਦਿਨ ਜਿਹੜੇ ਹੁੰਦੇ ਆ ਕਿ ਉਹ ਕੈਜ਼ੁਅਲਟੀ ਹੋ ਰਿਹਾ ਕਿ ਘਟਾਏ ਜਾਂਦੇ ਆ। ਜਾਂ ਤਾਂ ਜਦੋਂ ਪਾਰਲੀਮੈਂਟ ਸੈਸ਼ਨ ਇਨ ਬਿਜ਼ਨਸ ਹੁੰਦਾ ਹੈਗਾ, ਤੇ ਜੇ ਆਪਾਂ ਸਿੰਗਲ ਆਊਟ ਕਰ ਲਈਏ ਇੱਕ ਮੋਹਾ ਮਿੱਤਰਾ ਜੋ ਬੰਗਾਲ ਤੋਂ TMC ਦੇ ਮੈਂਬਰ ਨੇ, ਜਦੋਂ ਉਹ ਬੋਲਦੇ ਨੇ ਤਾਂ ਸਾਰਾ ਭਾਰਤ ਦਾ ਆਵਾਮ ਉਹਨਾਂ ਵੱਲ ਖਿੱਚਿਆ ਜਾਂਦਾ ਕਿ ਉਹਨਾਂ ਦੀ ਚੋਇਸ ਆਫ ਵਰਡਸ, ਦਾ ਵੇ ਉਹ ਜਿਵੇਂ ਪ੍ਰੈਜ਼ੈਂਟ ਕਰਦੇ ਨੇ ਆਪਣੇ ਆਪ ਨੂੰ। ਉਹ ਇਨਵੈਸਟਮੈਂਟ ਬੈਂਕਰ ਰਹੀ ਆ, ਕਾਫੀ ਪੜ੍ਹੀ ਲਿਖੀ ਬੈਕਗਰਾਊਂਡ ਚੋਂ ਹੈ ਨੇ। ਉਹ ਮਮਤਾ ਬੈਨਰਜੀ ਦੇ ਵੀ ਬਹੁਤ ਕੌਨਫੀਡੈਂਟ ਨੇ, ਐਂਡ ਬੀਇੰਗ ਏ ਵੂਮਨ ਇਨ ਏ ਮੈਨ ਵਰਲਡ, ਉਹ ਜਿਵੇਂ ਆਪਣੇ ਆਪ ਨੂੰ ਉੱਥੇ ਪ੍ਰੈਜ਼ੈਂਟ ਕਰਦੇ ਨੇ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਸੈਪਰੇਟ ਐਗਜ਼ਾਮਪਲ ਆ। ਪਰ ਬਾਕੀ ਆਪਾਂ ਜੇ ਮਿਆਰ ਦੇਖੀਏ, ਠੀਕ ਆ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਵੀ ਲੈਵਲ ਆਫ ਸਪੀਚ ਕਾਫੀ ਉੱਚ ਪੱਧਰ ਦਾ ਹੈਗਾ, ਕਿਉਂਕਿ ਉਹਨਾਂ ਦੀ ਓਰੇਸ਼ਨ ਹੈਗੀ ਆ, ਉਹਦੇ ਵਿੱਚ ਕਾਫੀ ਜਾਨ ਆ। ਪਰ ਜੇ ਆਪਾਂ ਆਪਸ 'ਚ ਜਿਹੜੀ ਡਿਬੇਟ ਹੁੰਦੀ ਆ, ਜਦੋਂ ਆਪਸ 'ਚ ਇੱਕ ਦੂਜੇ ਨਾਲ ਡਿਸਕਸ਼ਨ ਹੁੰਦੀ ਆ, ਉਸ ਟਾਈਮ ਤੇ ਜਿਹੜੀ ਸ਼ਬਦਾਵਲੀ ਆ ਉਹ ਕਿਤੇ ਨਾ ਕਿਤੇ ਜਾ ਕੇ ਉਹਦੀ ਗਿਰਾਵਟ ਆਪਾਂ ਨੂੰ ਦਿਖਾਈ ਦਿੰਦੀ ਆ। ਪਾਰਲੀਮੈਂਟ ਇੱਕ ਇੱਦਾਂ ਦਾ ਸਥਾਨ ਆ, ਇੱਕ ਇੱਦਾਂ ਦੀ ਇਕੱਲੀ ਬਿਲਡਿੰਗ ਨਹੀਂ ਹੈਗੀ, ਉਹ ਇੱਕ ਚਿੰਨ੍ਹ ਆ ਡੈਮੋਕ੍ਰੇਸੀ ਦਾ, ਵੀ ਇੱਥੇ ਕਿਸ ਲੈਵਲ ਦੀ ਡੈਮੋਕ੍ਰੇਸੀ ਹੈਗੀ ਆ। ਕਿਉਂਕਿ ਇੰਡੀਆ ਦੀ ਡੈਮੋਕ੍ਰੇਸੀ ਬਾਰੇ ਇਕੱਲਾ ਰਾਹੁਲ ਗਾਂਧੀ ਨੇ ਤਾਂ ਉਸ ਦਾ ਇਜ਼ਹਾਰ ਕੀਤਾ ਲੰਡਨ ਦੇ ਵਿੱਚ। ਇੰਡੀਆ ਦੀ ਡੈਮੋਕ੍ਰੇਸੀ ਬਾਰੇ ਵਰਲਡ ਲੈਵਲ ਤੇ ਚਰਚਾ ਹੋ ਰਹੀ ਆ। ਇਹ ਜਿਹੜੀ ਰੀਸੈਂਟ ਨਾ ਐਨੂਅਲ ਰਿਪੋਰਟ ਆਉਂਦੀ ਆ, ਵੀ ਡੈਮ ਇੰਸਟੀਚਿਊਟ ਹੈਗਾ ਇਨ ਸਵੀਡਨ, ਇਨ ਦਾ ਯੂਨੀਵਰਸਿਟੀ ਆਫ ਗੋਥਨਬਰਗ ਸਵੀਡਨ ਦਾ ਇੱਕ ਬਹੁਤ ਪ੍ਰੋਮੀਨੈਂਟ ਸ਼ਹਿਰ ਆ, ਸੈਕੰਡ ਲਾਰਜੈਸਟ ਸਿਟੀ ਆ ਸਵੀਡਨ। ਜਿਹੜੀ ਉਹ ਯੂਨੀਵਰਸਿਟੀ ਆਫ ਗੋਥਨਬਰਗ, ਇਟਸ ਵਨ ਆਫ ਦਾ ਪ੍ਰੀਮੀਅਰ
universities not only in Europe but it has a standing in the world. ਉਹਦੇ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਦੇ ਵਿੱਚ VDEM ਜਿਹੜਾ ਵੈਰਾਈਟੀ ਆਫ ਡੈਮੋਕ੍ਰੇਸੀ ਕਿਹਾ ਜਾਂਦਾ, ਇੱਕ ਇੰਡੀਪੈਂਡੈਂਟ ਰਿਸਰਚ ਇੰਸਟੀਚਿਊਟ ਹੈਗਾ ਜਿਹੜਾ ਕਿ ਫੰਡਡ ਬਾਏ ਜਾਰਜ ਸੋਰੋਸ ਆ, ਜਿਹੜੇ ਕਿ ਓਪਨ ਸੁਸਾਇਟੀ ਨਾਂ ਦੀ ਸੰਸਥਾ ਚਲਾ ਰਹੇ ਆ in 122 countries of the world ਜੀ। ਉਸ ਦੇ ਰਾਹੀਂ ਆਪਣੀ ਓਪਨ ਸੁਸਾਇਟੀ ਆਰਗੇਨਾਈਜੇਸ਼ਨ ਰਾਹੀਂ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦੀ ਜੋ ਡਿਕਲਾਈਨ ਆਈ ਆ ਪਿਛਲੇ ਡਿਕੇਡ ਔਰ ਸੋ ਦੇ ਵਿੱਚ, ਉਹਨੂੰ ਉੱਚਾ ਚੁੱਕਣ ਦਾ ਯਤਨ ਕਰ ਰਹੇ ਆ। VDEM ਇੰਸਟੀਚਿਊਟ ਵੀ 2014 ਦੇ ਵਿੱਚ ਹੋਂਦ ਚ ਆਇਆ ਸੀਗਾ। ਹੁਣ ਜਿਹੜੀ ਉਸ ਰਿਪੋਰਟ ਆਈ ਆ ਉਹਨਾਂ ਦੀ ਐਨੂਅਲ, ਜਿਹੜੀ ਕਿ 2023 ਜਨਵਰੀ ਚ ਆਈ ਆ, ਹੁਣ ਕੁਛ ਦਿਨ ਪਹਿਲੇ ਉਹ ਰਿਲੀਜ਼ ਹੋਈ ਆ। ਉਹਦੇ ਵਿੱਚ ਜਿਹੜਾ ਉਹਨਾਂ ਨੇ ਇਹ ਉਹਦੇ ਵਿੱਚ ਦੱਸਿਆ ਹੈਗਾ, ਰਿਪੋਰਟ ਦਾ ਜਿਹੜਾ ਹੈਡਿੰਗ ਆ ਕਿ ਡਿਫਾਈਂਸ ਇਨ ਦਾ ਫੇਸ ਆਫ ਆਟੋਕ੍ਰੈਟਾਈਜੇਸ਼ਨ, ਜਿਹੜਾ ਤਾਨਾਸ਼ਾਹੀ ਦਾ ਵਰਤਾਰਾ ਹੈਗਾ ਉਸ ਦੇ ਸਾਹਮਣੇ ਕਿਸ ਤਰ੍ਹਾਂ ਜਿਹੜੀ ਡੈਮੋਕ੍ਰੈਟਿਕ ਵੈਲਿਊਸ ਆ ਉਹਨਾਂ ਨੇ ਕਿਸ ਤਰ੍ਹਾਂ ਖੜਨਾ। ਉਹਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ 'ਚ ਇਹ ਦੱਸਿਆ ਕਿ 89% ਜਿਹੜੀ ਦੁਨੀਆ ਦੀ ਪਾਪੂਲੇਸ਼ਨ ਆ, ਜਿਹੜੀ ਗਲੋਬਲ ਪਾਪੂਲੇਸ਼ਨ, ਉਹ ਕਲੋਜ਼ਡ ਆਟੋਕ੍ਰੈਟਿਕ ਰਜੀਮਸ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਆ। ਉਸ 89% ਜਿਹੜੀ ਹੈਗਾ ਪਾਪੂਲੇਸ਼ਨ, ਉਹਦੇ 'ਚ ਇੰਡੀਆ ਨੂੰ ਬਸਾਈਡਸ ਚਾਈਨਾ, ਬਰਮਾ, ਉਹ ਤਾਂ ਵੈਸੇ ਉਹਨਾਂ ਨੂੰ ਤਾਂ ਕਹਿ ਹੀ ਇਹ ਜਾਂਦਾ ਕਿ ਉਹ ਕਲੋਜ਼ਡ ਸੁਸਾਇਟੀਜ਼ ਨੇ ਤੇ ਆਟੋਕ੍ਰੈਟਿਕ ਰੂਲਰਸ ਨੇ ਉੱਥੇ। ਜਿਵੇਂ ਰਸ਼ੀਆ ਵੀ ਕਾਫੀ ਹੱਦ ਤੱਕ ਉਹਦੇ ਸ਼ਾਮਲ ਆ, ਪਰ ਉਹ ਇਲੈਕਟੋਰਲ ਆਟੋਕ੍ਰੇਸੀ ਹੈ, ਜਿਵੇਂ ਕਿ ਇੰਡੀਆ ਨੂੰ ਉਹਨਾਂ ਨੇ ਕੈਟਾਗਰਾਈਜ਼ ਕੀਤਾ ਹੈਗਾ ਕਿ ਇੰਡੀਆ ਇਜ਼ ਵਨ ਆਫ ਦੋਜ਼ ਕੰਟਰੀਜ਼ ਜਿਹੜੀ ਕਿ ਬ੍ਰੈਕਟ ਕੀਤੀ ਜਾਂਦੀ ਆ ਚਾਈਨਾ, ਬਰਮਾ ਵਰਗੇ ਰਜੀਮਸ ਦੇ ਨਾਲ। ਇਹ ਆ ਕਿ ਉੱਥੇ ਇਲੈਕਸ਼ਨਸ ਨਹੀਂ ਹੁੰਦੀਆਂ ਗੀਆਂ, ਉੱਥੇ ਹੋਰ ਤਰ੍ਹਾਂ ਦਾ ਇੱਕ ਸਿੰਗਲ ਪਾਰਟੀ ਰੂਲ ਆ। ਇੰਡੀਆ ਦੇ ਵਿੱਚ ਮਲਟੀ ਪਾਰਟੀ ਡੈਮੋਕ੍ਰੇਸੀ ਆ, ਇਲੈਕਟੋਰਲ ਸਿਸਟਮ ਹੈਗਾ, ਪਰ ਜਿਹੜੇ ਇੱਥੇ ਇਲੈਕਟੋਰਲ ਸਿਸਟਮ ਦੇ ਰਾਹੀਂ ਰੂਲਿੰਗ ਐਲੀਟ ਆਉਂਦੀ ਆ, ਉਹ 2014 ਤੋਂ ਬਾਅਦ ਉਹਨੂੰ ਆਟੋਕ੍ਰੈਟਿਕ ਰੂਲ ਵਜੋਂ ਦੱਸਿਆ ਜਾ ਰਿਹਾ। ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਦਾ ਸਟੇਟਸ ਹੈਗਾ, ਬਾਕੀ ਜਿਹੜੇ ਵਰਲਡ ਇੰਡੈਕਸ ਆ ਜਿਹਦੇ ਵਿੱਚ ਡਿਫਰੈਂਟ ਮੇਜਰਸ ਲੈ ਜਾਂਦੇ ਆ ਟੂ ਮੇਜਰ ਏ ਕੰਟਰੀਜ਼ ਡੈਮੋਕ੍ਰੈਟਿਕ ਹੈਲਥ, ਕਿ ਉਹਦੀ ਕਿੰਨੀ ਸਟਰੈਂਥ ਆ ਉਸ ਡੈਮੋਕ੍ਰੇਸੀ ਦੇ ਵਿੱਚ, ਕੀ ਲੋਕਾਂ ਦੀ ਜਿਹੜੀ ਸਿਵਲ ਸੁਸਾਇਟੀ ਆ ਉਹਨਾਂ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ, ਉਹਨਾਂ ਦੇ ਫਰੀडम ਆਫ ਐਕਸਪ੍ਰੈਸ਼ਨ ਨੇ, ਫਰੀडम ਆਫ ਦਾ ਪ੍ਰੈਸ ਆ, ਵੀ ਉਹਦਾ ਕੀ ਮਿਆਰ ਹੈਗਾ ਉਸ ਇੰਡੀਅਨ ਸੁਸਾਇਟੀ ਦੇ ਵਿੱਚ। ਉਹਦੇ 'ਚ ਜਿਹੜਾ ਸਿਰਫ ਇਹ ਵੀ ਦੱਸਿਆ ਗਿਆ ਉਸ ਰਿਪੋਰਟ ਦੇ ਵਿੱਚ ਕਿ ਦੁਨੀਆ ਦੀ 11% ਜਿਹੜੀ ਪਾਪੂਲੇਸ਼ਨ ਆ ਉਹ ਲਿਬਰਲ ਡੈਮੋਕ੍ਰੇਸੀ 'ਚ ਰਹਿ ਰਹੇ ਨੇ। ਉਹਦੇ 'ਚ ਬਹੁਤੇ ਜਿਹੜੇ ਕੰਟਰੀਜ਼ ਨੇ ਉਹ ਹੈਗੇ ਨੇ ਯੂਰਪ ਦੇ ਵਿੱਚ ਹੈਗੇ ਆ, ਜਿਹੜਾ ਕਿ ਆਪਾਂ ਕਹਿ ਸਕਦੇ ਕਿ ਵੈਸਟਰਨ ਵਰਲਡ ਆ, ਚਾਹੇ ਉਹਦੇ 'ਚ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਕਹਿ ਸਕਦੇ ਹਾਂ ਆਪਾਂ ਬਸਾਈਡਸ ਯੂਰਪ। ਇਸੇ ਤਰ੍ਹਾਂ ਨਾਰਥ ਅਮਰੀਕਾ ਹੈਗਾ, ਅਮਰੀਕਾ, ਕੈਨੇਡਾ, ਈਵਨ ਜਿਹੜੇ ਕਿ ਥੱਲੇ ਲੈਟਨ ਅਮਰੀਕਨ ਕੰਟਰੀਜ਼ ਨੇ ਉਹਨਾਂ 'ਚ ਵੀ ਜਿਵੇਂ ਚਿਲੀ ਹੈਗਾ, ਹੋਰ ਕੰਟਰੀਜ਼ ਨੇ, ਈਵਨ ਪੀਰੂ ਵਿੱਚ ਆਪਾਂ ਦੇਖਿਆ ਕਿ ਉੱਥੇ ਪਹਿਲੀ ਵਾਰੀ ਇੱਕ ਵੂਮਨ ਪ੍ਰੈਜ਼ੀਡੈਂਟ ਬਣੀ ਹੈਗੀ, ਭਾਵੇਂ ਉੱਥੇ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਵੀ ਚੱਲ ਰਹੇ ਆ। ਪਰ ਹੋਰ ਵੀ ਕੰਟਰੀਜ਼ 'ਚ ਆਪਾਂ ਦੇਖੀਏ, ਜਿਸ ਤਰ੍ਹਾਂ ਕਿ ਬ੍ਰਾਜ਼ੀਲ ਦੇ ਵਿੱਚ ਹੁਣ ਚੇਂਜ ਹੋਈ ਆ, ਉੱਥੇ ਆਟੋਕ੍ਰੈਟਿਕ ਰੂਲਰ ਬਾਲਸੋਨਾਰੋ ਨੂੰ ਲਾ ਕੇ ਹੁਣ ਲੂਲਾ ਉੱਥੇ ਤੀਜੀ ਵਾਰੀ ਪ੍ਰੈਜ਼ੀਡੈਂਟ ਬਣਿਆ ਬ੍ਰਾਜ਼ੀਲ ਦੇ। ਉਹਨਾਂ ਨੇ ਲੰਮਾ ਚਿਰ ਜੇਲ੍ਹ ਵੀ ਕੱਟੀ ਹੈਗੀ ਆ। ਇਹ ਚੀਜ਼ਾਂ ਦਾ ਜਿਹੜਾ ਵਰਤਾਰਾ ਹੈਗਾ, ਇਹਦੇ ਨਾਲ ਇੰਡੀਆ ਦਾ ਜਿਹੜਾ ਸਟੇਟਸ ਆ ਦੁਨੀਆ ਦੇ ਵਿੱਚ, ਉਹਦੇ ਵਿੱਚ ਬੜੇ ਵੱਡੇ ਕੁਐਸਚਨਸ ਉੱਠ ਰਹੇ ਨੇ, ਜਿਹਦੇ ਬਾਰੇ ਰਾਹੁਲ ਗਾਂਧੀ ਨੇ ਇਹ ਲੰਡਨ ਵਿੱਚ ਇਹ ਪ੍ਰਗਟਾਵਾ ਕੀਤਾ। ਉਹ ਉੱਥੇ ਕੈਂਬਰਿਜ ਯੂਨੀਵਰਸਿਟੀ ਵਿੱਚ ਇੱਕ ਆਪਣੇ ਲੈਕਚਰ ਲਈ ਉੱਥੇ ਗਏ ਸੀਗੇ ਟੂ ਐਡਰੈਸ ਅਬਾਊਟ ਦਾ ਡੈਮੋਕ੍ਰੈਟਿਕ ਇਸ਼ੂਜ਼, ਤੇ ਉਦੋਂ ਉਹਨਾਂ ਨੇ ਆਪਣੇ ਉੱਥੇ ਜੋ ਉਹਨਾਂ ਨੇ ਸੰਵਾਦ ਰਚਾਇਆ, ਡਾਇਲੋਗ ਕੀਤਾ, ਉਹਦੇ 'ਚ ਉਹਨਾਂ ਨੇ ਇੰਡੀਆ ਦੀ ਡੈਮੋਕ੍ਰੇਸੀ ਬਾਰੇ ਉਹਨਾਂ ਨੇ ਕਾਫੀ ਸਟਰੋਂਗ ਮਤਲਬ ਕਿ ਟਿੱਪਣੀਆਂ ਕੀਤੀਆਂ ਨੇ। ਉਹਨਾਂ ਨੇ ਪਿੰਨ ਪੁਆਇੰਟ ਕੀਤਾ ਕਿ ਕਿਸ ਤਰ੍ਹਾਂ ਓਵਰ ਦਾ ਈਅਰਸ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਜਨੂਨੀ ਹਿੰਸਾ ਇੱਥੇ ਬਾਰ-ਬਾਰ ਕਿਸੇ ਨਾ ਕਿਸੇ ਰੂਪ 'ਚ ਇੰਡੀਆ 'ਚ ਉੱਠ ਰਹੀ ਆ। ਚਾਹੇ ਉਹਦਾ ਆਪਾਂ ਵਰਤਾਰਾ ਰੀਸੈਂਟਲੀ ਹਰਿਆਣੇ ਵਿੱਚ ਦੇਖਿਆ ਹੈਗਾ ਕਿ ਕਿਸ ਤਰ੍ਹਾਂ 2 ਮੁਸਲਿਮ ਮੁੰਡਿਆਂ ਨੂੰ ਉਹਨਾਂ ਨੂੰ ਉੱਥੋਂ ਰਾਜਸਥਾਨ 'ਚੋਂ ਚੱਕ ਕੇ ਲਿਆ ਕੇ ਇੱਕ ਇਹ ਕਹਿ ਕੇ ਕਿ ਇਹ ਮਤਲਬ ਕਿ ਕਾਓ ਦਾ ਸਲੌਟਰ ਕਰ ਰਿਹਾ, ਜਾਂ ਕਾਓ ਦਾ ਮਤਲਬ ਕਿ ਜਿਹੜੀ ਹੈਗੇ ਉਹਨਾਂ ਨੂੰ ਇਹ ਮਤਲਬ ਕਿ ਟ੍ਰਾਂਸਫਰ ਕਰ ਰਿਹਾ ਫਰੋਮ ਵਨ ਪਲੇਸ ਟੂ ਅਨਦਰ, ਤੇ ਤਾਂ ਕਿ ਇਹਨਾਂ ਦਾ ਸਲੌਟਰ ਕੀਤਾ ਜਾਵੇ।
ਉਹ ਇੱਕ ਉਹਨਾਂ ਦੀ ਸਿਰਫ ਅਜ਼ੰਪਸ਼ਨ ਸੀਗੀਆਂ, ਜਦ ਕਿ ਫੈਕਚੁਅਲ ਇਦਾਂ ਦੀ ਕੋਈ ਗੱਲ ਨਹੀਂ ਸੀ। ਉਹਨਾਂ ਨੂੰ ਇੱਥੇ ਹਰਿਆਣੇ 'ਚ ਲਿਆ ਕੇ ਜਿੰਦਾ ਸਾੜ ਦਿੱਤਾ ਜਾਂਦਾ ਉਹਨਾਂ ਦੀ ਗੱਡੀ ਵਿੱਚ ਹੀ। ਉਹਦੇ ਵਿੱਚ ਉਹਨਾਂ ਨੇ ਹਰਿਆਣਾ ਪੁਲਿਸ ਦੀ ਵੀ ਸਮੂਲੀਅਤ ਦਿਖਾਈ ਆ। ਹੁਣ ਜਦੋਂ ਰਾਜਸਥਾਨ ਪੁਲਿਸ ਹਰਕਤ 'ਚ ਆਈ ਆ, ਮੈਂ ਜਨੂਨੀ ਹਿੰਸਾ ਦੀ ਤਾਂ ਹੀ ਗੱਲ ਕਰ ਰਿਹਾ, ਤਾਂ ਉਸ ਟਾਈਮ ਤੇ ਜਿਹੜੇ ਉੱਥੋਂ ਦੀਆਂ ਖਾਪ ਪੰਚਾਇਤਾਂ ਨੇ ਉਹ ਖੁੱਲ੍ਹ ਕੇ ਓਪਨਲੀ ਉਹਨਾਂ ਅਕਿਊਜ਼ ਦੀ ਸਪੋਰਟ 'ਚ ਆ ਕੇ ਖੜ ਗਈਆਂ ਨੇ। ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਰਾਜਸਥਾਨ ਪੁਲਿਸ ਨੂੰ ਚੈਲੰਜ ਕੀਤਾ ਕਿ ਜੇ ਤੁਸੀਂ ਕਿਸੇ ਵੀ ਅਕਿਊਜ਼ ਨੂੰ ਹੱਥ ਲਾਓਗੇ ਤਾਂ ਇਹਦੇ ਨਾਲ ਅਸੀਂ ਟੋਟਲ ਸਰਕਾਰ ਨੂੰ ਇੱਥੇ ਸਟੈਂਡ ਸਟਿਲ ਤੇ ਲਿਆ ਦਾਂਗੇ ਤੇ ਅਸੀਂ ਇਨਫੈਕਟ ਵਾਇਲੈਂਟਲੀ ਰਾਜਸਥਾਨ ਪੁਲਿਸ ਦਾ ਅਸੀਂ ਸਾਹਮਣਾ ਕਰਾਂਗੇ। ਇਸ ਤਰ੍ਹਾਂ ਦੀ ਜਿਹੜੀ ਜਨੂਨੀ ਹਿੰਸਾ ਹੈਗੀ ਆ, ਇਹਦਾ ਵਰਤਾਰਾ ਆਪਾਂ ਪਹਿਲੀ ਵਾਰੀ ਨਹੀਂ ਦੇਖ ਰਹੇ। ਇਹ 2014 ਤੋਂ ਬਾਅਦ ਕਾਓ ਵਿਜੀਲੈਂਟਿਜ਼ਮ ਦੇ ਨਾਂ ਤੇ ਇਹ ਕਈ ਵਾਰ ਆਪਣੇ ਰੂਪ ਵਿੱਚ ਸਾਹਮਣੇ ਆਇਆ ਹੈਗਾ। ਬਿਲਕੁਲ। ਜਿਹੜੇ ਉਸ ਦੇ ਵਿੱਚ ਅਕਿਊਜ਼ ਨੇ ਉਹਨਾਂ ਨੂੰ ਕੋਈ ਕੋਰਟਸ ਦੇ ਵਿੱਚ ਹਜੇ ਤੱਕ ਕੋਈ ਮਿਆਰੀ ਸਜ਼ਾ ਨਹੀਂ ਮਿਲੇਗੀ, ਤੇ ਜਦੋਂ ਬੇਲ ਤੇ ਜਾਂ ਪਰੋਲ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਵੇਂ ਪਬਲਿਕਲੀ ਗਾਰਲੈਂਡ ਕੀਤਾ ਜਾਂਦਾ ਕਿ ਇੱਕ ਤਰ੍ਹਾਂ ਨਾਲ ਹੀਰੋ ਵਰਸ਼ਿਪ ਕੀਤੀ ਜਾਂਦੀ ਆ। ਇਹ ਸਾਡੇ ਸਮਾਜ ਦੇ ਚਿੰਨ੍ਹ ਆ। ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਬੁਨਿਆਦ ਪ੍ਰਸਤੀ ਆ, ਫੰਡਾਮੈਂਟਲਿਜ਼ਮ ਜਿਹੜਾ ਉਭਾਰਿਆ ਜਾ ਰਿਹਾ, ਚਾਹੇ ਹਿੰਦੂ ਰਾਸ਼ਟਰ ਦੇ ਨਾਂ ਤੇ ਉਭਾਰਿਆ ਜਾ ਰਿਹਾ, ਇਸੇ ਤਰ੍ਹਾਂ ਦਾ ਵਰਤਾਰਾ ਪੰਜਾਬ 'ਚ ਵੀ ਚੱਲ ਰਿਹਾ, ਜਿਹਦੇ ਕਰਕੇ ਪੰਜਾਬ ਵੀ ਇੱਕ ਕੇਂਦਰ ਬਿੰਦੂ ਬਣਿਆ। ਲੇਟਲੀ ਇਸ ਤਰ੍ਹਾਂ ਦੀ ਮੌਬ ਜਿਹੜੀ ਮੈਂਟੈਲਿਟੀ ਆ, ਚਾਹੇ ਉਹ ਤੁਸੀਂ ਅਨੰਦਪੁਰ ਸਾਹਿਬ ਵਰਤਾਰਾ ਦੇਖ ਲਓ, ਚਾਹੇ ਅਜਨਾਲਾ ਇੰਸੀਡੈਂਟ 'ਚ ਦੇਖੋ, ਜਾਂ ਹੋਰ ਆਪਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਅਟੈਂਪਟ ਹੋਈ ਆ, ਸੋ ਕਾਲਡ ਅਟੈਂਪਟ ਕਹਿੰਦੇ ਆ ਕਿ ਬੇਅਦਬੀ ਦੀ ਸਕਰੇਲੀ ਦੀ ਅਟੈਂਪਟ ਹੋਈ ਆ, ਤੇ ਉਹਦੀ ਮੌਬ ਲਿੰਚਿੰਗ ਕੀਤੀ ਜਾਂਦੀ ਆ। ਇਸੇ ਤਰ੍ਹਾਂ ਕਪੂਰਥਲੇ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਂਦੀ ਆ, ਜਾਂ ਉਸ ਤੋਂ ਪਹਿਲੇ ਤੁਹਾਡੇ ਸ਼ਹਿਰ ਦੇ ਵਿੱਚ ਪਟਿਆਲੇ ਕਿਸ ਤਰ੍ਹਾਂ 29 ਅਪ੍ਰੈਲ ਨੂੰ ਕਿਸ ਤਰ੍ਹਾਂ ਨੰਗਾ ਨਾਚ ਆਪਸ ਫਿਰਕਿਆਂ ਦਾ ਖੇਡਿਆ ਜਾਂਦਾ, ਜਿਹਦੇ ਨਾਲ ਕਿ ਜੋ ਐਂਗਲ ਪੰਜਾਬ ਦਾ ਦੁਨੀਆ ਅੱਗੇ ਲਿਆਂਦਾ ਜਾ ਰਿਹਾ, ਇੱਥੇ ਇਸ ਤਰ੍ਹਾਂ ਦੀ ਪਿਕਚਰ ਪ੍ਰੈਜ਼ੈਂਟ ਕੀਤੀ ਜਾ ਰਹੀ ਆ ਕਿ ਇੱਥੇ ਬਹੁਤ ਵੱਡੇ ਲੈਵਲ ਤੇ ਸਰਫੇਸ ਤੇ ਅਨਰੈਸਟ ਆ, ਜਦ ਕਿ ਇਹ ਜਿਹੜੇ ਹੈਗੇ ਆ ਇਹ ਬੜੇ ਮਤਲਬ ਕਿ ਛੋਟੇ ਤਬਕੇ ਵੱਲੋਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ। ਪਰ ਇਹਨਾਂ ਨੂੰ ਜੋ ਨੈਸ਼ਨਲ ਮੀਡੀਆ ਵੱਲੋਂ ਦਰਸਾਇਆ ਜਾ ਰਿਹਾ, ਉਹ ਇਹ ਦਰਸਾਇਆ ਜਾ ਰਿਹਾ ਕਿ ਇਹ ਇੱਕ ਬਹੁਤ ਵੱਡੇ ਲੈਵਲ ਤੇ ਇਹ ਵਰਤਾਰਾ ਸਾਰੇ ਪੰਜਾਬ 'ਚ ਚੱਲ ਰਿਹਾ। ਬਿਲਕੁਲ ਗਿੱਲ ਸਾਹਿਬ, ਤੁਸੀਂ ਬੜੇ ਵਿਸਥਾਰ ਨਾਲ ਸਾਰਾ ਸੰਸਾਰ ਦਾ ਸੀਨ ਸਿਨੈਰੀਓ ਸਾਂਝਾ ਕੀਤਾ। ਕਰਦੇ ਕੁਛ ਲੋਕ ਨੇ ਬਦਨਾਮ ਇੱਕ ਕਮਿਊਨਿਟੀ ਜਾਂ ਇੱਕ ਨੇਸ਼ਨ ਜਾਂ ਇੱਕ ਖਿੱਤਾ ਪੈਸੀਫਿਕ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਅਮਰੀਕਾ ਦੀ ਜਿਹੜੀ 2021 ਦੀ ਰਿਪੋਰਟ ਆਈ ਹੈ, FBI ਏਜੰਸੀ ਅਮਰੀਕਾ ਦੀ, ਜਿਸ ਨੇ ਇਹ ਗੱਲ ਆਫੀਸ਼ੀਅਲੀ ਤਸਲੀਮ ਕੀਤੀ ਹੈ, ਜਨਤਕ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਅਪਰਾਧਕ ਹਿੰਸਕ ਮਾਮਲਿਆਂ ਦੇ ਵਿੱਚ 12% ਵਾਧਾ ਹੋਇਆ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਨਿਊਯਾਰਕ, ਲਾਸ ਐਂਜਲਸ ਸਮੇਤ ਅਮਰੀਕਾ ਦੇ ਕੁਝ ਵੱਡੇ ਹਿੱਸਿਆਂ ਦੇ ਅੰਕੜੇ ਨਹੀਂ ਹੈ, ਫਿਰ ਵੀ 12% ਜਿਹੜਾ ਹਿੰਸਕ ਗਤੀਵਿਧੀਆਂ 'ਚ ਅਮਰੀਕਾ ਦੇ ਵਿੱਚ ਵਾਧਾ ਹੋਇਆ। ਇਸ ਰਿਪੋਰਟ ਦੇ ਵਿੱਚ ਨਿਊਯਾਰਕ, ਲਾਸ ਐਂਜਲਸ ਆਦਿ ਖਿੱਤੇ ਲਾਂਭੇ ਨੇ। ਬਿਨਾਂ ਉਸ ਤੋਂ FBI ਦੀ ਰਿਪੋਰਟ ਦੱਸਦੀ ਹੈ ਕਿ 64.5% ਪੀੜਤਾਂ ਨੂੰ ਉਹਨਾਂ ਦੀ ਇੱਕ ਨਸਲ, ਉਹਨਾਂ ਦੇ ਇੱਕ ਫਿਰਕੇ ਜਾਂ ਉਹਨਾਂ ਦੇ ਇੱਕ ਵੰਸ਼ ਜਾਂ ਰੰਗ ਬਨ ਕਰਕੇ, ਰੇਸਿਜ਼ਮ ਕਰਕੇ ਟਾਰਗੇਟ ਕੀਤਾ ਗਿਆ। 16% ਨੂੰ ਜਿਨਸੀ ਕਾਰਨ ਤੇ 14% ਨੂੰ ਧਾਰਮਿਕ ਪੱਖਪਾਤ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ। ਨਫ਼ਰਤ ਦੇ ਕਤਲ ਦੇ 18 ਮਾਮਲੇ ਦਰਜ ਹੋਏ। ਲੋਕਤੰਤਰ ਦੀ ਅਗਰ ਗੱਲ ਕਰੀਏ, ਅਸੀਂ ਜਿਹੜੀ ਅੰਤਰਰਾਸ਼ਟਰੀ ਪੱਧਰ ਦੀ ਸਿਆਸਤ ਤੋਂ ਵਾਕਫ ਨਹੀਂ ਹੈ, ਪੰਜਾਬ ਦੀ ਸਿਆਸਤ ਤੋਂ ਕਿਤੇ ਵਾਕਫ ਹੋ ਜਾਣਾ। ਉਸ ਸੰਬੰਧੀ ਹਿੰਦ ਮਹਾਸਾਗਰ ਦੇ ਵਿੱਚ ਚੀਨ ਨੂੰ ਡੱਕਣ ਦੇ ਵਾਸਤੇ ਅਮਰੀਕਾ, ਆਸਟ੍ਰੇਲੀਆ ਤੇ ਬਰਤਾਨੀਆ ਨੇ ਪਰਮਾਣੂ ਪਣਡੁੱਬੀ ਤੇ ਦਸਤਖਤ ਕਰ ਦਿੱਤੇ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਖਾਸ ਕਰਕੇ ਜਿਹੜੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਬੀਤੇ ਦਿਨ ਇੰਡੀਆ ਆ ਕੇ ਗਏ ਨੇ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੇ ਨਾਲ ਮੋਦੀ ਸਾਹਿਬ ਨੇ ਕ੍ਰਿਕਟ ਮੈਚ ਦੇ ਦੌਰਾਨ ਬੜਾ ਉਚੇਚਾ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਖਾਲਿਸਤਾਨੀ ਗਤੀਵਿਧੀਆਂ ਵੱਧ ਰਹੀਆਂ ਨੇ, ਮੰਦਰਾਂ ਤੇ ਅਟੈਕ ਹੋ ਰਹੇ ਨੇ। ਤੁਸੀਂ ਉਹ ਵਾਹਦ ਲੋਕ ਸੀ ਜਿਨ੍ਹਾਂ ਨੇ ਉਸ ਦੀ ਆਲੋਚਨਾ ਕੀਤੀ ਹੈ, ਪਰ ਅਫਸੋਸ ਇਸ 'ਤੇ ਕੋਈ ਨਹੀਂ ਬੋਲਿਆ। ਉਸ ਮੰਦਰ ਦੀ ਢਾਈ ਕੰਧ ਨੂੰ, ਜਿਹੜੀ ਕੰਸਟਰਕਸ਼ਨ ਦੇ ਦੌਰਾਨ ਵੀ ਢਾਈ ਹੋ ਸਕਦੀ ਹੈ, ਉਸ ਨੂੰ ਅਟੈਕ ਦਾ ਰੂਪ ਦੇ ਦਿੱਤਾ। ਪ੍ਰਧਾਨ ਮੰਤਰੀ ਸਾਹਿਬ ਦੇ ਇਹਨਾਂ ਦੁਵੱਲੇ ਬਿਆਨਾਂ ਤੋਂ ਜੋ ਆਸਟ੍ਰੇਲੀਅਨ PM ਤੇ ਇੰਡੀਅਨ PM ਨੇ ਦਿੱਤੇ ਨੇ, ਉਸ ਤੋਂ ਬਾਅਦ ਖਾਲਿਸਤਾਨ ਜਾਂ ਨਾਗਾ ਜਾਂ ਹੋਰ ਜਿਹੜੇ ਗਰੁੱਪ ਵੱਖਰੇ ਖਿੱਤਿਆਂ ਦੀ ਮੰਗ ਕਰਦੇ ਨੇ, ਉਹਨਾਂ 'ਤੇ ਸਖਤੀ ਹੋ ਗਈ ਹੈ। ਕਸ਼ਮੀਰ ਕਈ ਕਾਨੂੰਨ ਬਣਨ ਤੋਂ ਬਾਅਦ ਵੀ, CA ਬਣਨ ਤੋਂ ਬਾਅਦ ਵੀ, ਕਸ਼ਮੀਰ ਟੁੱਟਣ ਤੋਂ ਬਾਅਦ ਵੀ
370 ਟੁੱਟਣ ਤੋਂ ਬਾਅਦ ਵੀ ਕਸ਼ਮੀਰ ਨੇ ਕੋਈ ਬਹੁਤਾ ਅਗਰੈਸਿਵ ਰੂਪ ਨਹੀਂ ਦਿਖਾਇਆ। ਇਸ ਦੌਰਾਨ ਭਾਵੇਂ ਉਹਨਾਂ ਦੇ 3 ਤਲਾਕ ਜਾਂ ਹੋਰ ਬਹੁਤ ਸਾਰੇ ਕੇਸ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਅੱਤਵਾਦ ਦੇ ਫੰਡਿੰਗ ਦੇ ਮਾਮਲਿਆਂ 'ਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕਸ਼ਮੀਰ ਤੇ ਛਾਪੇਮਾਰੀ ਸ਼ੁਰੂ ਕੀਤੀ ਹੈ, ਜਿਸ ਦੌਰਾਨ ਅਨੰਤਨਾਗ, ਪੁਲਵਾਮਾ, ਸ਼ੋਪੀਆ ਜ਼ਿਲ੍ਹਿਆਂ 'ਚ ਛਾਪੇਮਾਰੀ ਹੋਈ ਹੈ। 24 ਦੀ ਇਲੈਕਸ਼ਨ ਕਈ ਤਰ੍ਹਾਂ ਦੇ ਘਟਨਾਕ੍ਰਮ ਘਟੇਗੀ। ਇਹਦੇ 'ਚ ਗਿੱਲ ਸਾਹਿਬ, ਜਿਸ ਤਰ੍ਹਾਂ ਹੁਣ ਬਰਤਾਨੀਆ, UK, ਆਪਣਾ ਅਮਰੀਕਾ ਤੇ ਆਸਟ੍ਰੇਲੀਆ ਦੀ ਪਰਮਾਣੂ ਸੰਧੀ ਹੋਈ ਹੈ ਹਿੰਦ ਮਹਾਸਾਗਰ ਦੇ ਵਿੱਚ ਚੀਨ ਦੀ ਆਮਦ ਨੂੰ ਰੋਕਣ ਦੇ ਵਾਸਤੇ। ਇਹਦਾ ਪੱਕੀ ਗੱਲ ਹੈ ਕਿ ਪਾਕਿਸਤਾਨ ਉੱਧਰ ਨਿਵੇਗਾ ਚੀਨ ਵੱਲ, ਤੇ ਅਮਰੀਕਾ ਦੇ ਨਾਲ, ਬਰਤਾਨੀਆ ਦੇ ਨਾਲ, ਆਸਟ੍ਰੇਲੀਆ ਦੇ ਨਾਲ ਭਾਰਤ ਨੂੰ ਧਿਰ ਬਣ ਕੇ ਜਾਂ ਮੋਹਰਾ ਬਣ ਕੇ ਖੜਨਾ ਹੋਏਗਾ ਚੀਨ ਨੂੰ ਡੱਕਣ ਦੇ ਵਾਸਤੇ। ਇਸ ਸਿਲਸਿਲੇ ਤੋਂ ਬਾਅਦ NIA ਦੇ ਛਾਪੇ ਪੈਣੇ, ਕਿਉਂਕਿ ਕੁਝ ਦੇਸ਼ ਵਿਰੋਧੀ ਲੋਕ NIA ਨੂੰ ਵੀ ਟਾਰਗੇਟ ਕਰਨਗੇ ਜਾਂ ਇੰਡੀਆ ਦੀ ਜਿਹੜੀ ਲਾਅ ਤੇ ਆਰਡਰ ਦੀ ਸਥਿਤੀ ਹੈ ਉਸ ਨੂੰ ਖਰਾਬ ਕਰਨਗੇ, ਭਾਵੇਂ ਪਾਕਿਸਤਾਨ ਦੀ ਤਰਫੋਂ ਹੋਵੇ ਭਾਵੇਂ ਚੀਨ ਦੀ ਤਰਫੋਂ ਹੋਵੇ। ਜਾਣੀ ਵਿਸ਼ਵ ਜੰਗ ਦਾ ਇੱਕ ਅਖਾੜਾ ਭਾਰਤ ਕਿਸੇ ਨਾ ਕਿਸੇ ਰੂਪ 'ਚ ਬਣੇਗਾ। ਕੀ ਲੱਗਦਾ ਹੈ ਜਿਹੜੇ ਸਰਕਮਸਟੈਂਸ ਹਾਲੀਆ ਤਬਦੀਲ ਹੋ ਰਹੇ ਨੇ, ਇਹਦੇ 'ਚ ਖਾਲਿਸਤਾਨ ਦਾ ਵੀ ਉਚੇਚਾ ਜ਼ਿਕਰ ਜਿਹੜੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਤੇ ਇੰਡੀਅਨ ਪ੍ਰਧਾਨ ਮੰਤਰੀ ਨੇ ਕੀਤਾ। ਜਾਣੀ 2K ਫਾਰਮੂਲਾ, ਕਸ਼ਮੀਰ ਬਨਾਮ ਖਾਲਿਸਤਾਨ, ਇਹ K2 ਫਾਰਮੂਲਾ ਕਾਫੀ ਚਰਚਿਤ ਹੋਏਗਾ, ਮਗੇਗਾ ਜਿਵੇਂ ਸੁਰਖੀਆਂ 'ਚ ਮਗ ਰਿਹਾ। ਜੀ ਗਿੱਲ ਸਾਹਿਬ, ਇਹ ਜਿਹੜਾ ਸਮਾਂ ਨਾ ਹੁਣ ਜਿਹੜਾ ਅਨਸਰਟਨਟੀਜ਼ ਦਾ ਐਨਵਾਇਰਨਮੈਂਟ ਆ ਵਰਲਡ ਓਵਰ ਕਾਫੀ ਜਗ੍ਹਾ ਤੇ ਪ੍ਰਚਲਿਤ ਆ। ਸਾਰੀ ਦੁਨੀਆ ਤਾਂ ਵੈਸੇ ਬਹੁਤ ਪੀਸਫੁਲ ਵਰਤਾਰਾ ਚੱਲ ਰਿਹਾ। ਜਿੰਨੀ ਪੀਸ ਹੁਣ ਹੈਗੀ ਦੁਨੀਆ 'ਚ, ਇੰਨੀ ਪੀਸ ਵਰਲਡ ਵਾਰ 2 ਤੋਂ ਬਾਅਦ ਕਦੀ ਵੀ ਇਸ ਤਰ੍ਹਾਂ ਦੀ ਸਥਿਤੀ ਸਾਹਮਣੇ ਨਹੀਂ ਆਈ ਜੀ। ਪਰ ਇਹ ਵਕਤ ਜਿਹੜਾ ਮੰਗ ਕਰਦਾ ਹੈਗਾ ਕਿ ਆਪਾਂ ਕਿਸ ਤਰ੍ਹਾਂ ਆਪਣੇ ਬੋਲਾਂ ਤੇ ਆਪਣੇ ਜਿਹੜੇ ਪਬਲਿਕ ਵਰਤਾਰੇ ਨੇ ਉਹ ਕਿਸ ਤਰ੍ਹਾਂ ਸੰਜਮ ਨਾਲ ਚਲਾਉਣੇ ਨੇ। ਉਹਦੇ ਵਿੱਚ ਅਮੀਰ ਕਾਜ਼ਲ ਵਾਸਤਾ 2 ਲਾਈਨਾਂ ਨੇ ਕਿ ਨਜ਼ਰ में हर दुश्वारी रख, नज़र में हर दुश्वारी रख, कि अपनी खबर आले दुआले तो सचेत रह, ख्वाबों में बेदारी रख, सोच समझ कर बातें कर, लफ्ज़ों में तहदारी रख। मतलब कि ਜਿਹੜੀ ਲਫ਼ਜ਼ਾਂ ਦੀ ਇੱਥੇ ਜੰਗ ਚੱਲ ਰਹੀ ਹੈਗੀ, ਆਪਾਂ ਦੇਖਦੇ ਹਾਂ ਕਿ ਇੱਕ ਦੂਜੇ ਤੇ ਐਕੁਜੀਸ਼ਨਸ ਲੱਗ ਰਹੇ ਨੇ, ਕੰਧਾਂ ਕਾਲੀਆਂ ਕੀਤੀਆਂ ਜਾ ਰਹੀਆਂ ਨੇ। ਮੈਨੂੰ ਬੜਾ ਅਫਸੋਸ ਆ ਕਿ ਜਦੋਂ ਆਸਟ੍ਰੇਲੀਆ ਜਾਂ ਕੈਨੇਡਾ 'ਚ ਇਸ ਤਰ੍ਹਾਂ ਦਾ ਵਰਤਾਰਾ ਸਾਹਮਣੇ ਆਇਆ ਤੇ ਉਸ ਵਰਤਾਰੇ ਨੂੰ ਸਿੱਖ ਕੌਮ ਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਸੈਪਰੇਟਿਸਟ ਐਂਗਲ ਵਾਲੇ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਕੋਝੇ ਵਰਤਾਰੇ ਕੀਤੇ ਨੇ। ਪਰ ਕੈਨੇਡਾ ਦੇ ਵਿੱਚ ਜ਼ਰੂਰ ਹੈ ਕਿ ਅੰਟੋਰੀਓ ਗੁਰਦੁਆਰਾ ਕਮੇਟੀ ਨੇ ਬੜਾ ਸਟਰੋਂਗ ਇਹਦੇ ਤੇ ਸਟੈਂਡ ਲਿਆ ਹੈਗਾ ਤੇ ਉਹਨਾਂ ਨੇ $10,000 ਦਾ ਨਾਮ ਵੀ ਰੱਖਿਆ। ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ। ਪਰ ਜਿੱਥੋਂ ਤੱਕ ਸਵਾਲ ਆ ਆਸਟ੍ਰੇਲੀਅਨ ਗੁਰਦੁਆਰਾ ਕਮੇਟੀਜ਼ ਦਾ ਜਾਂ ਹੋਰ ਉੱਥੇ ਜਿਹੜੇ ਮੋਹਤਬਰ ਸਿੱਖ ਨੇ ਉਹਨਾਂ ਵਿੱਚ ਬਿਲਕੁਲ ਸਟੋਇਕ ਸਾਇਲੈਂਸ ਆ। ਇਸੇ ਤਰ੍ਹਾਂ SGPC ਜਿਹੜੀ ਪ੍ਰੀਮੀਅਰ ਆਰਗੇਨਾਈਜੇਸ਼ਨ ਆ ਸਿੱਖ ਕੌਮ ਦੀ, ਉਹਨਾਂ ਵੱਲੋਂ ਵੀ ਇਸ ਬਾਰੇ ਕੋਈ ਆਪਣੇ ਵੱਲੋਂ ਪਬਲਿਕ ਪ੍ਰਗਟਾਵਾ ਨਹੀਂ ਕੀਤਾ ਗਿਆ। ਈਵਨ ਕਿ ਜਥੇਦਾਰ ਜੋ ਐਕਟਿੰਗ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਉਹ ਹਰ ਟੌਪਿਕ ਤੇ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦੇ ਨੇ। ਪਰ ਜਦੋਂ ਵੀ ਕੋਈ ਸੀਰੀਅਸ ਮਸਲਾ ਉੱਠਦਾ ਤਾਂ ਉਹਨਾਂ ਦੀ ਵੀ ਸਟੋਇਕ ਸਾਇਲੈਂਸ ਹੁੰਦੀ ਆ। ਕਹਿੰਦੇ ਹੁੰਦੇ ਨਾ ਕਿ ਜਿਹੜੀ ਇਸ ਤਰ੍ਹਾਂ ਦੀ ਸਾਇਲੈਂਸ ਆ ਇਹ ਇੱਕ ਤਰ੍ਹਾਂ ਨਾ ਹਾਂ ਪੱਖੀ ਨਜ਼ਰੀਆ ਪੇਸ਼ ਕਰਦੀ ਆ। ਜਿੱਥੋਂ ਤੱਕ ਤੁਸੀਂ ਹੇਟ ਕ੍ਰਾਈਮਸ ਦੀ ਅਮਰੀਕਾ 'ਚ ਗੱਲ ਕੀਤੀ ਆ, ਉੱਥੇ ਕਾਫੀ ਵੱਡੇ ਪੱਧਰ ਤੇ ਜਿਹੜੀ ਹੇਟ ਦਾ ਸ਼ਿਕਾਰ ਆ ਉਹ ਇਹ ਹੈ ਕਿ ਅਫਰੀਕਨ ਅਮਰੀਕਨਸ ਦਾ ਉਸ ਦਾ ਸ਼ਿਕਾਰ ਹੈਗੇ ਹੀ ਨੇ। ਪਰ ਉਹਦੇ ਵਿੱਚ ਜੂਇਸ਼ ਜਿਹੜੀ ਕਮਿਊਨਿਟੀ ਆ ਉਹ ਵੀ ਕਾਫੀ ਵਾਰ ਟਾਰਗੇਟ ਹੋਈ ਆ। ਉਸ ਤੋਂ ਬਾਅਦ ਜਿਹੜੀ ਸੈਕੰਡ ਕਮਿਊਨਿਟੀ ਮਤਲਬ ਕਿ ਸਿੰਗਲ ਆਊਟ ਹੋਈ ਆ ਉਹ ਸਿੱਖਸ ਆ, ਜਿਹੜੇ ਕਿ ਨਿਸ਼ਾਨਾ ਬਣਿਆ ਇਸ ਤਰ੍ਹਾਂ ਦੇ ਭੇਦਭਾਵ ਦਾ। ਤੇ ਅਮਰੀਕਾ ਵਿੱਚ ਜਿਹੜੀ ਹੁਣ in the last couple of months since last year ਉੱਥੇ ਬਹੁਤ ਵਾਰ ਮਾਸ ਸ਼ੂਟਿੰਗਸ ਹੋਈਆਂ ਨੇ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੇਟ ਐਂਗਲ ਜਿਹੜਾ ਹੈਗਾ ਉਹਦਾ ਮੁੱਖ ਮਕਸਦ ਬਣ ਕੇ ਸਾਹਮਣੇ ਆਇਆ। ਹੁਣ ਵੀ ਆਪਾਂ ਪਿੱਛੇ ਕੁਝ ਦਿਨ ਪਹਿਲੇ ਹੀ ਉੱਥੇ ਮੇਰੇ ਖਿਆਲ ਟੈਕਸਾਸ ਕੇ ਕਿੱਥੇ ਮਾਸ ਸ਼ੂਟਿੰਗਸ ਹੋਈਆਂ ਨੇ। ਇਹ ਵਰਤਾਰੇ ਪਿਛਲੇ ਸਾਲ ਤੋਂ ਲਗਾਤਾਰ ਚੱਲ ਰਹੇ ਨੇ, ਥੋੜੇ ਮਤਲਬ ਕਿ ਵਕਤ ਦੇ ਫਰਕ ਨਾਲ। ਇਹ ਜਿਹੜੀ ਵਰਲਡ ਵਾਈਡ ਦਾ ਸਿਨੈਰੀਓ ਅਮਰੀਕਾ 'ਚੋਂ ਉੱਭਰ ਰਿਹਾ ਹੈਗਾ, ਇਹਦੇ ਵਿੱਚ ਉੱਥੋਂ ਦੀ ਅਮਰੀਕਨ ਇੰਟੈਲੀਜੈਂਸ ਨੇ ਜੋ ਆਪਣੀ ਹੁਣ ਰੀਸੈਂਟ ਰਿਪੋਰਟ ਦਿੱਤੀ ਹੈਗੀ ਆ ਜਿਹੜੀ ਕਿ ਪਬਲਿਕ ਹੋਈ ਆ, ਉਹਦੇ ਵਿੱਚ ਉਹਨਾਂ ਨੇ ਕੌਸ਼ਨ ਕੀਤਾ ਹੈਗਾ
ਇੰਡੀਆ ਪਾਕਿਸਤਾਨ ਤੇ ਚਾਈਨਾ ਨੂੰ, ਕਿਉਂਕਿ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜਿਹੜੀਆਂ ਹਾਈਟਨਡ ਟੈਂਸ਼ਨਸ ਨੇ ਬਿਟਵੀਨ ਇੰਡੀਆ ਪਾਕਿਸਤਾਨ ਤੇ ਚਾਈਨਾ, ਇਹਦੇ ਨਾਲ ਉਹਨਾਂ ਨੂੰ ਖਤਰਾ, ਉਹਨਾਂ ਨੇ ਇਹ ਆਪਣਾ ਮਤਲਬ ਕਿ ਜ਼ਾਹਰ ਕੀਤਾ ਕਿ ਇਹਦੇ ਨਾਲ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕਨਫਲਿਕਟ ਹੋ ਸਕਦਾ। ਚਾਈਨਾ ਨਾਲ ਇੰਡੀਆ ਦੀ ਕੋਲਡ ਵਾਰ ਵਾਂਗੂ ਵਾਰ ਚੱਲ ਰਹੀ ਆ। ਜਦ ਦੇ ਆਪਣੇ 21 ਫੌਜੀ ਜਿਹੜੇ ਕਿ ਮਤਲਬ ਮਾਰੇ ਗਏ ਸੀਗੇ ਜਦੋਂ ਕਨਫਲਿਕਟ ਹੋਇਆ ਹੈਗਾ ਲਦਾਖ ਦੇ ਵਿੱਚ ਪਿਛਲੇ ਸਾਲ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਉਹਦੇ ਵਿੱਚ ਉਹਨਾਂ ਨੇ ਅਮਰੀਕਨ ਇੰਟੈਲੀਜੈਂਸ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਪ੍ਰਮੁਖਤਾ ਨਾਲ ਇਹ ਗੱਲ ਕਹੀ ਆ ਕਿ ਇਹਦੇ ਨਾਲ ਜਿਵੇਂ ਪਹਿਲੇ ਬਾਲਾਕੋਟ ਦੇ ਵਿੱਚ ਸਟ੍ਰੈਟਜਿਕ ਸਟ੍ਰਾਈਕ ਹੋਈ ਸੀ ਇੰਡੀਅਨ ਆਰਮ ਫੋਰਸਿਸ ਵੱਲੋਂ, ਉਸ ਤਰ੍ਹਾਂ ਦਾ ਕੋਈ ਵਰਤਾਰਾ ਹੋ ਸਕਦਾ ਹੈਗਾ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਐਪੀਸੋਡ ਉਦੋਂ ਵੀ ਸਾਹਮਣੇ ਆ ਸਕਦਾ ਜਦੋਂ ਇੰਡੀਆ ਦੇ ਵਿੱਚ ਹੁਣ ਤੋਂ 10 ਮਹੀਨੇ ਕਿ 11 ਮਹੀਨਿਆਂ ਬਾਅਦ ਇੱਥੇ ਨੈਸ਼ਨਲ ਇਲੈਕਸ਼ਨਸ ਦਾ ਸੀਨ ਆਉਣ ਵਾਲਾ। ਉਸ ਚੀਜ਼ ਨੂੰ ਕਹਿੰਦੇ ਆਰਮਡ ਜਿਹੜੀ ਕੋਈ ਇਸ ਤਰ੍ਹਾਂ ਦੀ ਮਿਲਟਰੀ ਸਟ੍ਰਾਈਕ ਹੋਣ ਦਾ ਹੁਣ ਉਹਨਾਂ ਨੇ ਆਪਣੇ ਵੱਲੋਂ ਫਿਕਰ ਜ਼ਾਹਰ ਕੀਤਾ ਹੈਗਾ ਕਿ ਇਸ ਤਰ੍ਹਾਂ ਦੇ ਐਂਗਲ ਨਾਲ ਇਲੈਕਸ਼ਨਸ ਨੂੰ ਇਨਫਲੂਐਂਸ ਕੀਤਾ ਜਾ ਸਕਦਾ, ਜਿਸ ਤਰ੍ਹਾਂ ਕਿ ਬਾਲਾਕੋਟ ਇਨਸੀਡੈਂਟ ਨੂੰ 2019 ਦੀ ਇਲੈਕਸ਼ਨਸ ਵਿੱਚ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ। ਲੋਕਾਂ ਸਾਹਮਣੇ ਇੱਕ ਡਰ ਦਾ ਮਾਹੌਲ ਦਿਖਾਇਆ ਗਿਆ ਸੀ ਕਿ ਸਾਡੇ ਆਲੇ ਦੁਆਲੇ ਚਾਈਨਾ ਤੋਂ ਵੀ ਖਤਰਾ, ਪਾਕਿਸਤਾਨ ਤੋਂ ਵੀ ਖਤਰਾ, ਤਾਂ ਵੀ ਇੱਕ ਭਾਰਤੀ ਜਨਤਾ ਪਾਰਟੀ ਆ ਅੰਡਰ ਦੀ ਕਮਾਂਡ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਜਿਹੜੀ ਕਿ ਇਸ ਤਰ੍ਹਾਂ ਦੇ ਮਤਲਬ ਕਿ ਅਟੈਕਸ ਦਾ ਆਪਣੇ ਪੂਰੀ ਖੁੱਲ੍ਹ ਦੀ ਨਾ ਮੁਕਾਬਲਾ ਕਰ ਸਕਦੀ ਆ। ਤੇ ਤਾਂ ਹੀ ਉਹ ਸਟ੍ਰੈਟਜਿਕ ਸਟ੍ਰਾਈਕ ਨੂੰ, ਜਿਹਦੇ ਬਾਰੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਕੁਐਸਚਨਸ ਵੀ ਉੱਠੇ ਸੀਗੇ, ਤੇ ਉਸ ਟਾਈਮ ਦੇ ਜਿਹੜੇ ਸੈਕਟਰੀ ਆਫ ਸਟੇਟ ਸੀਗੇ, ਜਿਹੜੇ ਸੈਕੰਡ ਮੋਸਟ ਪਾਵਰਫੁਲ ਪਰਸਨ ਹੁੰਦੇ ਆਫਟਰ ਪ੍ਰੈਜ਼ੀਡੈਂਟ ਆਫ ਅਮਰੀਕਾ, ਉਦੋਂ ਡੋਨਲਡ ਟਰੰਪ ਦੀ ਕੈਬਨਿਟ ਦੇ ਵਿੱਚ ਉਹ ਸੈਕਟਰੀ ਆਫ ਸਟੇਟ ਸੀ ਮਾਈਕ ਪੋਂਪੀਓ। ਉਸ ਤੋਂ ਪਹਿਲੇ ਉਹ CIA ਜਿਹੜੀ ਉਹਨਾਂ ਦੀ ਟੌਪ ਇੰਟੈਲੀਜੈਂਸ ਏਜੰਸੀ ਹੈ ਉਹਦੇ ਵੀ ਉਹ ਚੀਫ ਰਹਿ ਚੁੱਕੇ ਨੇ। ਉਹਨਾਂ ਨੇ ਹੁਣ ਉਹਨਾਂ ਦੀ ਬੁੱਕ ਆਈ ਆ ਨਵੀਂ ਬਾਹਰ, ਉਹਦੇ ਵਿੱਚ ਉਹਨਾਂ ਨੇ ਇਨਸੀਡੈਂਟ ਦੱਸਿਆ ਬਾਲਾਕੋਟ ਤੋਂ ਬਾਅਦ ਜੋ ਹਾਲਾਤ ਬਣੇ ਕਿ ਇੰਡੀਆ ਦੀ ਉਦੋਂ ਫੋਰਨ ਮਿਨਿਸਟਰ ਹੁੰਦੇ ਮਿਸ ਸੁਸ਼ਮਾ ਸਵਰਾਜ, ਉਹਨਾਂ ਨੇ ਉਹਨਾਂ ਨੂੰ ਰਾਤ ਨੂੰ ਕਾਲ ਕੀਤੀ, ਉਹਨਾਂ ਨੂੰ ਨੀਂਦ ਤੋਂ ਉਠਾਇਆ ਤੇ ਉਹਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਪਾਕਿਸਤਾਨ ਕਿਤੇ ਸਾਡੇ ਤੇ ਕਾਊਂਟਰ ਸਟ੍ਰਾਈਕ ਨਾ ਕਰ ਦੇ। ਉਸ ਟਾਈਮ ਤੇ ਮਾਈਕ ਪੋਂਪੀਓ ਨੇ ਇਹ ਗੱਲ ਆਪਣੀ ਕਿਤਾਬ 'ਚ ਲਿਖੀ ਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਪੂਰੀ ਰਾਤ ਕੋਸ਼ਿਸ਼ਾਂ ਕਰਨੀਆਂ ਪਈਆਂ ਸੀ, ਅੱਡ-ਅੱਡ ਫੋਨ ਕਾਲਸ ਕਰਨੇ ਪਏ ਸੀ, ਚਾਹੇ ਉਹ ਆਰਮੀ ਚੀਫ ਬਾਜਵਾ ਨੂੰ ਉਹਨਾਂ ਨੇ ਫੋਨ ਕਾਲ ਕੀਤੇ ਰਿਪੀਟਡਲੀ, ਇਸੇ ਤਰ੍ਹਾਂ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਉਹਨਾਂ ਨੇ ਫੋਨ ਕੀਤੇ, ਤਾਂ ਕਿ ਜਿਹੜਾ ਪਾਕਿਸਤਾਨ ਉਸ ਟਾਈਮ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ they were ready to hit back at India with the nuclear arms। ਉਸ ਚੀਜ਼ ਨੂੰ ਕਹਿੰਦੇ ਆ ਬਹੁਤ ਮੁਸ਼ਕਲ ਨਾਲ ਉਸ ਟਾਈਮ ਤੇ ਜਿਹੜਾ ਐਂਗਰ ਸੀਗਾ ਉਹਨੂੰ ਕੂਲ ਡਾਊਨ ਕੀਤਾ, ਇਹ ਨਹੀਂ ਤਾਂ ਬਹੁਤ ਵੱਡਾ ਦਿਖਾਂਤ ਵਾਪਰ ਜਾਣਾ ਸੀ। ਇਸ ਬਾਰੇ ਕਿ ਇੰਡੀਆ ਦੀ ਫੋਰਨ ਮਿਨਿਸਟਰ ਨੇ ਉਦੋਂ ਉਹਨਾਂ ਨੂੰ ਸੁਚੇਤ ਕੀਤਾ ਸੀ ਕਿ ਸਾਨੂੰ ਇੰਟੈਲੀਜੈਂਸ ਦੀਆਂ ਰਿਪੋਰਟਸ ਆ ਰਹੀਆਂ ਕਿ ਸ਼ਾਇਦ ਪਾਕਿਸਤਾਨ ਅਟੈਕ ਕਰੂਗਾ। ਹੁਣ ਜਿਹੜੀ ਅਮਰੀਕਨ ਇੰਟੈਲੀਜੈਂਸ ਦੀ ਰਿਪੋਰਟ ਆਈ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਉਹਨਾਂ ਦਾ ਫਿਕਰ ਆ ਉਸ ਦਾ ਉਹਨਾਂ ਨੇ ਇਜ਼ਹਾਰ ਕੀਤਾ ਹੈਗਾ, ਕਿਉਂਕਿ ਚਾਈਨਾ ਵੀ ਸਾਇਲੈਂਟਲੀ ਆਪਣਾ ਇਨਫਲੂਐਂਸ ਸਾਊਥ ਚਾਈਨਾ ਸੀ ਤੋਂ ਲੈ ਕੇ ਹੋਰ ਮੁਲਕਾਂ ਵਿੱਚ ਆਪਣਾ ਇਨਫਲੂਐਂਸ ਵਧਾ ਰਿਹਾ ਹੈਗਾ, ਤੇ ਇੱਕ ਆਪਣੇ ਕਰਜ਼ੇ ਦੀ ਰਾਜਨੀਤੀ ਰਾਹੀਂ ਉਹ ਦੂਸਰੇ ਮੁਲਕਾਂ ਤੇ ਆਪਣਾ ਬਹੁਤ ਡੂੰਘਾ ਪ੍ਰਭਾਵ ਛੱਡ ਰਿਹਾ, ਚਾਹੇ ਉਹ ਪਾਕਿਸਤਾਨ ਚਾਹੇ ਸ਼੍ਰੀਲੰਕਾ ਹੈਗਾ, ਇਸੇ ਤਰ੍ਹਾਂ ਬਰਮਾ 'ਚ ਉਹਨਾਂ ਦਾ ਬਹੁਤ ਇਨਫਲੂਐਂਸ ਆ, ਇਸੇ ਤਰ੍ਹਾਂ ਹੁਣ ਰਸ਼ੀਆ ਦੀ ਯੂਕਰੇਨ ਵਾਰ ਵਿੱਚ ਉਹ ਰਸ਼ੀਆ ਦੀ ਹਮਾਇਤ ਕਰ ਰਿਹਾ। ਇੱਥੋਂ ਤੱਕ ਵੀ ਹੁਣ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਆਪਣੀਆਂ ਆਰਮਸ ਜਿਹੜੀਆਂ ਹੈਗੀਆਂ ਉਹ ਵੀ ਟਰਾਂਸਫਰ ਕਰਨ ਰਸ਼ੀਅਨ ਆਰਮੀ ਦੇ ਲਈ। ਜੀ, ਇਸ ਦਾ ਇੰਡੀਅਨ ਖਿੱਤੇ ਤੇ, ਪੰਜਾਬ ਤੇ, NRIs ਤੇ ਬਹੁਤ ਵੱਡਾ ਅਸਰ ਪੈਂਦਾ ਹੈ ਸਾਰੀ ਇੰਟਰਨੈਸ਼ਨਲ ਪੋਲੀਟਿਕਸ ਦਾ, ਖਾਸ ਕਰਕੇ ਗੰਦੀ ਪੋਲੀਟਿਕਸ ਦਾ। ਇਹ ਜਿਹੜੇ ਕੱਟੜਪੰਥੀ ਵਰਗ ਨੇ, ਵੈਸੇ ਜਿਹੜਾ ਰਾਈਟ ਵਿੰਗ ਹੈ ਪੂਰੀ ਦੁਨੀਆ 'ਚ ਹੀ ਵੱਧ ਰਿਹਾ, ਜਿਹੜੇ ਲਿਬਰਲ ਲੋਕ ਨੇ ਜਿਨ੍ਹਾਂ ਨੂੰ ਸਿਰਫ ਕਾਮਰੇਡ ਕਹਿ ਕੇ ਧੱਕ ਦਿੱਤਾ ਜਾਂਦਾ, ਉਹਨਾਂ ਦਾ ਰੁਝਾਨ ਘਟ ਰਿਹਾ। ਜਿਹੜੇ ਪੁਰਾਣੇ ਕਾਮਰੇਡ ਸੀ ਉਹਨਾਂ ਨੂੰ ਮਮਤਾ ਬੈਨਰਜੀ ਨੇ ਵੀ ਖੂੰਜੇ ਲਾਇਆ, ਇੰਡੀਆ 'ਚ ਵੀ ਕਾਮਰੇਡ ਸਰਕਾਰਾਂ ਖਤਮ ਹੋਈਆਂ, ਕਮੀਆਂ ਖਾਮੀਆਂ ਉਹਨਾਂ 'ਚ ਵੀ ਬੜੀਆਂ ਨੇ। ਪਰ ਹੁਣ ਜਿਸ ਤਰ੍ਹਾਂ ਹੋਲੀ ਦੇ ਮੌਕੇ ਪਾਕਿਸਤਾਨ 'ਚ ਕੁਝ ਕੱਟੜਪੰਥੀ ਇੱਕ ਜਮਾਤ ਹੈ ਇਸਲਾਮੀ ਜਮਈਅਤ ਤਲਬਾ IGT, ਜਿਹੜੀ 1947 'ਚ 20-25 ਸਟੂਡੈਂਟ ਨੇ ਸ਼ੁਰੂ ਕੀਤੀ ਸੀ, ਜ਼ਿਆ ਉਲ ਹੱਕ ਦੇ ਸਪੋਰਟਰ ਸੀਗੇ, ਬੜੇ ਅਗਰੈਸਿਵ ਨੇ, ਖੁੰਖਾਰ ਨੇ,
ਇਹਨਾਂ ਨੇ ਹੋਲੀ ਮਨਾ ਰਹੇ, ਪੰਜਾਬ ਯੂਨੀਵਰਸਿਟੀ ਲਾਹੌਰ 'ਚ ਹੋਲੀ ਮਨਾ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਨਾਲ ਕੁਝ ਮੁਸਲਿਮ ਮੁੰਡੇ ਵੀ ਸੀ, ਕਿਉਂਕਿ ਆਪਸ 'ਚ ਜਿਹੜੇ ਲਿਬਰਲ ਵਿਚਰਦੇ ਲੋਕ ਨੇ ਉਹਨਾਂ 'ਤੇ ਇਹਨਾਂ ਨੇ ਅਟੈਕ ਕੀਤਾ। ਇਹ ਜਿਹੜੀ ਕਮਰਜਵੇਦ ਬਾਜਵਾ ਸਾਬਕਾ ਫੌਜ ਮੁਖੀ ਨੇ, ਉਹ ਵੀ ਇਸ ਸੰਸਥਾ ਨਾਲ ਸੰਬੰਧਿਤ ਰਹੇ ਨੇ। ਵਹਾਬੀ ਭਾਈਚਾਰੇ ਦੀ ਸੰਸਥਾ ਜਿਸ 'ਤੇ ਦੋਸ਼ ਲੱਗੇ ਨੇ ਕਿ ਲਾਹੌਰ ਦੇ ਵਿੱਚ ਹੋਲੀ ਖੇਡਦੇ ਮੁੰਡਿਆਂ ਨੂੰ ਇਹ ਸੰਸਥਾ IGT ਨੇ, ਇਸਲਾਮਿਕ ਜਮਾਤ ਤਾਲਿਬਾ ਨੇ ਟੌਰਚਰ ਕੀਤਾ। ਇਸ ਤਰ੍ਹਾਂ ਦੀਆਂ ਕੱਟੜ ਜਮਾਤਾਂ ਨੇ ਜਿਹੜੀਆਂ ਉਹ ਸਭ ਵਰਗਾਂ ਨੂੰ ਰਲ ਕੇ ਨਹੀਂ ਰਹਿਣ ਦੇਣਾ ਚਾਹੁੰਦੀਆਂ। ਉਸ ਸਿਲਸਿਲੇ 'ਚ ਜੇ ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਜੈਨੂਅਨ ਮੁੱਦਾ, ਜਿਹਦੇ 'ਚ ਹਿੰਦੂ ਭਾਈਚਾਰਾ ਹਰ ਪੰਜਾਬ ਦਾ ਸਪੋਰਟ ਕਰਦਾ ਕਿ ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕ ਨੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ, ਤਾਂ ਜੋ ਇੱਕ ਜਿਹੜਾ ਸਿੱਖਾਂ ਦਾ ਮਸਲਾ ਇੱਕ ਪੀੜਤ ਧਿਰ ਹੈ ਉਸ ਨੂੰ ਰਾਹਤ ਮਿਲੇ। ਇਸ ਸਿਲਸਿਲੇ ਵਿੱਚ ਹੁਣ ਉਸ ਮੋਰਚੇ ਨੂੰ ਹਾਈਜੈਕ ਹੋਣ ਲਈ ਬੜਾ ਕੁਝ ਹੋ ਰਿਹਾ। ਹੁਣ ਉਸ ਮੋਰਚੇ ਨੂੰ ਲੈ ਕੇ ਇੱਕ ਬਿਆਨ ਆਇਆ ਬਲਵਿੰਦਰ ਸਿੰਘ, ਜਿਨ੍ਹਾਂ ਨੇ ਮੋਰਚਾ ਸ਼ੁਰੂ ਕੀਤਾ ਸੀ, ਹਾਲਾਂਕਿ ਉਹ ਲੋਕ ਇਨਸਾਫ ਸੰਸਥਾ ਦੇ ਨਾਲ ਸੰਬੰਧਿਤ ਨੇ। ਇਸ ਸਿਲਸਿਲੇ ਵਿੱਚ ਉਹਨਾਂ ਨੇ, ਇੱਕ ਬਲਵਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਕੇਸ ਦੇ ਵਿੱਚ ਮਾफ़ੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਕਤਾਹੀ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ। ਇਸ ਸਿਲਸਿਲੇ 'ਚ ਉਸ ਮੋਰਚੇ ਦੀਆਂ ਧਿਰਾਂ ਦੁਫਾੜ ਹੋ ਗਈਆਂ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਬਾਰੇ ਇਹ ਬਿਆਨ ਦੇਣ ਵਾਲੇ ਤੁਸੀਂ ਹੁੰਦੇ ਕੌਣ ਹੋ? ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਦੇ ਧਰਮ ਪਿਤਾ ਬਣੇ ਹੋਏ ਵਿਅਕਤੀ ਨੇ, ਉਹਨਾਂ ਨੇ ਆਖਿਆ ਕਿ ਜਾਂ ਤਾਂ ਤੁਸੀਂ ਬਿਆਨ ਆਪਣਾ ਵਾਪਸ ਲਓ ਅੰਮ੍ਰਿਤਪਾਲ ਸਿੰਘ ਬਾਰੇ, ਨਹੀਂ ਤਾਂ ਫਿਰ ਤੁਸੀਂ ਇਸ ਕੌਮੀ ਇਨਸਾਫ ਮੋਰਚੇ ਦੀ ਕਮੇਟੀ 'ਚੋਂ ਬਾਹਰ ਕਰ ਦਿੱਤੇ ਜਾਓਗੇ। ਉਧਰ RP ਸਿੰਘ ਹੋਰੀ ਕਹਿੰਦੇ ਨੇ, BJP ਵਾਲੇ ਨੇਤਾ ਕਹਿੰਦੇ ਨੇ ਕਿ ਕਾਰਵਾਈ ਹੋਵੇ, ਜਿਹੜਾ ਸੈਂਟਰ ਦੇ ਅਧੀਨ ਆ ਉੱਤੇ ਕਾਰਵਾਈ ਅੰਮ੍ਰਿਤਪਾਲ ਸਿੰਘ ਬਾਰੇ ਜੋ ਬਣਦੀ ਹੈ ਜਾਂ ਨਹੀਂ ਬਣਦੀ ਉਹ ਨਹੀਂ ਕਰ ਰਹੇ। ਇਸ ਸਿਲਸਿਲੇ 'ਚ ਜਥੇਦਾਰ ਸਾਹਿਬ ਕੋਲ ਵੀ ਰਿਪੋਰਟ ਪੁੱਜੀ ਹੈ। ਹੁਣ ਇੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇੱਕ ਜੈਨੂਅਨ ਮੋਰਚਾ ਜਿਹਨੂੰ ਹਰ ਵਰਗ ਸਪੋਰਟ ਕਰਦਾ, ਪਰ ਉਸ 'ਚ ਵੀ ਫੁੱਟ ਪੈ ਜਾਂਦੀ ਹੈ ਇੱਕ ਵਿਅਕਤੀ ਵਿਸ਼ੇਸ਼ 'ਤੇ ਕੀਤੀ ਕਾਰਵਾਈ ਤੋਂ ਲੈ ਕੇ। ਇਹ ਜਿਹੜਾ ਸਾਰਾ ਸਿਲਸਿਲਾ ਆ ਰਿਹਾ, ਜਿਹੜੀ ਰਿਪੋਰਟ ਜਥੇਦਾਰ ਸਾਹਿਬ ਨੂੰ 16 ਮੈਂਬਰੀ ਕਮੇਟੀ ਨੇ ਸੌਂਪੀ ਆ ਕਿ ਭਵਿੱਖ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਿੱਦਾਂ ਹੋਵੇ, ਕੀ ਪ੍ਰੋਟੋਕੋਲ ਅਪਣਾਏ ਜਾਣ, ਕੱਲ੍ਹ ਨੂੰ ਬੇਅਦਬੀ ਦੀ ਘਟਨਾ ਨਾ ਘਟੇ। ਇਸ ਸੰਬੰਧੀ ਜਿਹੜੀ ਪੰਜਾਬ ਦਾ ਇਹ ਧਾਰਮਿਕ ਸਿਆਸਤ, ਇਹਨੂੰ ਕਿੱਦਾਂ ਵੇਖਦੇ ਹੋ ਗਿੱਲ ਸਾਹਿਬ? ਇਹਦੇ ਨਾਲ ਸੁਖਬੀਰ ਬਾਦਲ ਹੋਰਾਂ ਨੇ ਵੀ ਅੱਜ ਜ਼ਮਾਨਤ ਅਰਜੀ ਲਾਈ ਹੈ, ਸੁਣਵਾਈ ਹੋ ਰਹੀ ਹੈ। ਜਿਹੜੇ BJP RSS ਤੇ ਬਹੁਤ ਖਾਸ ਸੀ ਅਕਾਲੀ, ਅੱਜ ਸੰਕਟ 'ਚ ਨੇ, ਤੇ ਜਿਹੜੇ ਨਵੇਂ ਆ ਰਹੇ ਨੇ ਸਿੱਖ RSS BJP ਨਾਲ ਜਾ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਬਾਜੀ ਉਹਨਾਂ ਦੇ ਹੱਥ ਹੈ। ਪਰ ਜੋ ਮੈਂ ਸਮਝਦਾ ਬਤੌਰ ਜਰਨਲਿਸਟ, ਬਤੌਰ ਪੰਜਾਬੀ, ਕਿ ਸਮੁੱਚੀ ਸਿੱਖ ਸਿਆਸਤ ਅੱਜ ਤੇਂਦੂਆ ਜਾਲ 'ਚ ਫਸੀ ਹੈ। ਕੀ ਸੀਨ ਸਿਨੈਰੀਓ ਹੈ ਗਿੱਲ ਸਾਹਿਬ ਓਵਰਆਲ? ਇਤਨਾ ਐਲਬਰਟ ਆਇਨਸਟਾਈਨ ਦੀ ਮੈਂ ਇੱਕ ਥਾਟ ਸ਼ੇਅਰ ਕਰਨਾ ਚਾਹੁੰਦਾ ਵੀ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। ਬਿਲਕੁਲ। ਇਹ ਜਿਹੜੀਆਂ ਸਰਕਾਰਾਂ ਦੀਆਂ ਕਾਨੂੰਨਾਂ ਨੂੰ ਇੱਕ ਤਰਤੀਬ ਦੇ ਨਾਲ, ਇੱਕ ਬਰਾਬਰਤਾ ਦੇ ਨਾਲ ਲਾਗੂ ਨਾ ਕਰ ਸਕਣਾ, ਉਹਦੇ ਵਿੱਚ ਜਿਹੜੀ ਇਹ ਵਰਤਾਰੇ ਨੇ ਇਸ ਤਰ੍ਹਾਂ ਦੇ ਉੱਭਰਦੇ ਨੇ। ਜੇ ਕੌਮੀ ਇਨਸਾਫ ਮੋਰਚਾ ਉੱਥੇ ਲੱਗਿਆ ਹੋਇਆ, ਉਹਨੂੰ ਵੀ ਡੀਰੇਲ ਕਰਨ ਲਈ ਉੱਥੇ ਜਿਹੜਾ ਇਨਸੀਡੈਂਟ ਹੋਇਆ ਸੀ ਫਰਵਰੀ ਦੇ ਸ਼ੁਰੂ ਵਿੱਚ ਵਿਦ ਦਾ ਚੰਡੀਗੜ੍ਹ ਪੁਲਿਸ, ਬਿਲਕੁਲ, ਉਹ ਵੀ ਆਪਣੇ ਆਪ ਵਿੱਚ ਉਸ ਤਰ੍ਹਾਂ ਦਾ ਵਰਤਾਰਾ ਸੀਗਾ ਜਿਹੜਾ ਕਿ ਸਟੇਟ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਚੈਲੰਜ ਸੀਗਾ, ਜਿਹੜਾ ਕਿ ਸਟੇਟ ਤੋਂ ਹੁਣ ਤੱਕ ਵੀ ਉਹਦਾ ਕਿਸੇ ਤਰ੍ਹਾਂ ਦਾ ਉਸ ਚੈਲੰਜ ਦੇ ਵਿੱਚੋਂ ਜੋ ਉਪਜੇ ਸੀ ਇਸ਼ੂ, ਉਹਨਾਂ ਨੂੰ ਕਿਸੇ ਤਰ੍ਹਾਂ ਵੀ ਟੈਕਲ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਅਜਨਾਲੇ ਇਸੇ ਤਰ੍ਹਾਂ ਦਾ ਇੰਸੀਡੈਂਟ ਹੁੰਦਾ, ਉਹ ਇਤੋਂ ਵੀ ਸੀਰੀਅਸ ਹੁੰਦਾ ਕਿਉਂਕਿ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸ਼ੀਲਡ ਵਜੋਂ ਵਰਤਿਆ ਜਾਂਦਾ ਹੈਗਾ। ਤੇ ਹੁਣ ਜਿਹੜਾ ਕੱਲ ਉੱਥੋਂ ਦੇ ਜਿਹੜੇ ਲੋਕ ਅਧਿਕਾਰ ਕੋਈ ਸੰਸਥਾ ਹੈਗੀ, ਬਲਵਿੰਦਰ ਸਿੰਘ, ਉਹਨਾਂ ਨੇ ਜਿਹੜਾ ਉਸ ਬਾਰੇ ਆਪਣਾ ਇੱਕ ਸਟਰੋਂਗ ਸਟੇਟਮੈਂਟ ਦਿੱਤੀ ਜਿਹੜੀ ਕਾਫੀ ਹੱਦ ਤੱਕ ਵਾਜਬ ਵੀ ਆ। ਹੁਣ ਇੱਕ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਸੀ, ਉਹਨਾਂ ਨੇ ਆਪਣੀ ਸੀਲਡ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪ੍ਰੈਜ਼ੈਂਟ ਕੀਤੀ ਆ, ਜਿਹਦੇ ਬਾਰੇ ਹਜੇ ਇਹਨਾਂ ਨੇ ਕੋਈ ਨਿਰਣਾ ਨਹੀਂ ਲਿਆ। ਪਰ ਜੋ ਖਬਰਾਂ ਬਾਹਰ ਆ ਰਹੀਆਂ ਨੇ ਕਿ ਉਸ ਕਮੇਟੀ ਨੇ ਵੀ ਉਸ ਜਿਹੜਾ ਇਨਸੀਡੈਂਟ ਆ ਜਨਾਲੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸ਼ੀਲਡ ਵਜੋਂ ਵਰਤਿਆ ਗਿਆ, ਉਸ ਵਰਤਾਰੇ ਨੂੰ ਉਹਨਾਂ ਨੇ ਕੰਡੈਮ ਕੀਤਾ। ਪਰ ਬਾਕੀ ਕੀ ਫੈਸਲਾ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਲੈਂਦੇ ਨੇ, ਇਹ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਲੈਣਾ ਚਾਹੀਦਾ ਸੀ, ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਨੂੰ ਲਮਕਦਾ ਰੱਖਣਾ ਥੋੜਾ ਜਿਹਾ। ਮੈਂ ਇਸ ਤੇ ਤੁਹਾਡਾ ਧਿਆਨ ਚਾਹਾਂਗਾ ਗਿੱਲ ਸਾਹਿਬ। ਦੇਖੋ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਨੇ ਉਸ ਅਜਨਾਲਾ ਕਾਂਡ ਦੀ ਆਲੋਚਨਾ ਕੀਤੀ, ਅੰਮ੍ਰਿਤਪਾਲ ਨੂੰ ਜ਼ਿੰਮੇਵਾਰ ਠਹਿਰਾਇਆ। ਅਕਾਲੀ ਦਲ ਜੋ ਚਾਹੁੰਦਾ ਜਥੇਦਾਰ ਸਾਹਿਬ ਉਹੀ ਕਰਦੇ ਨੇ।
ਕੀ ਇਸ ਤੇ ਡਬਲ ਗੇਮ ਨਹੀਂ ਚੱਲ ਰਹੀ ਅਕਾਲੀ ਦਲ ਦੀ? ਜਥੇਦਾਰ ਸਾਹਿਬ ਦਾ ਆਪਣਾ ਨਿੱਜੀ ਤੇ ਕੋਈ ਹੈ ਨਹੀਂ, ਉਹ ਤਾਂ ਜੋ SGPC ਜਾਂ ਜੋ ਪੰਥ ਚਾਹੇਗਾ ਉਹੀ ਬਿਆਨ, ਪੰਥ ਮਤਲਬ ਜੋ ਅਕਾਲੀ ਦਲ ਚਾਹੇਗਾ ਉਹ ਬਿਆਨ ਦੇਣਗੇ। ਇਸ ਸੰਬੰਧੀ ਉਹ ਡਬਲ ਟਰੈਕ ਤੇ ਨਹੀਂ ਚੱਲ ਰਹੇ ਲੱਗਦਾ? ਜਿਹੜਾ ਇਹਨਾਂ ਨੇ ਜਥੇਦਾਰ ਨੇ ਉਸ ਤੋਂ ਬਾਅਦ ਅਜਨਾਲੇ ਤੋਂ ਜੋ ਪਹਿਲਾਂ ਇਹਨਾਂ ਦਾ ਬਿਆਨ ਆਇਆ ਹੈਗਾ ਉਹ ਬੜਾ ਪਰਿਵਾਰੀਕੇਟ ਸਥਿਤੀ ਨੂੰ ਬਿਆਨ ਕਰਦਾ ਹੈ। ਪਰਿਵਾਰੀਕੇਟ ਇੱਕ ਇੰਗਲਿਸ਼ ਵਰਡ ਹੈ, ਇਹਦੇ ਵਿੱਚ ਹੁੰਦਾ ਕਿ ਬੜਾ ਅਨਕਲੀਅਰ ਤੇ ਅੰਬੀਗੂਅਸ ਬਿਆਨ ਸੀਗਾ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਲੈਰਿਟੀ ਨਹੀਂ ਸੀ। ਜੇ ਤੁਸੀਂ ਐਡੀ ਵੱਡੀ ਪਦਵੀ ਤੇ ਬੈਠੇ ਆ, ਪਹਿਲੇ ਤਾਂ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਸਿੱਖ ਕੌਮ ਦੇ ਵਿੱਚ, ਜਿਹਦੇ ਵਿੱਚ ਪੀਰੀ ਨੂੰ ਇੱਕ ਰਾਜਨੀਤੀ ਵਜੋਂ ਜਾਣਿਆ ਗਿਆ, ਉਸ ਪੀਰੀ ਦੇ ਤਖਤ ਤੇ ਜੋ ਇਸ ਟਾਈਮ ਤੇ 100 ਸਾਲ ਪਿੱਛੇ ਤੋਂ ਵੀ ਦੇਖ ਲਈਏ, ਕੋਈ ਵੀ ਜਿਹੜੀ ਸ਼ਖਸੀਅਤ ਉੱਥੇ ਬਿਰਾਜਮਾਨ ਹੋਈ ਹੈਗੀ ਆ, ਉਹਦਾ ਕਿਸੇ ਤਰ੍ਹਾਂ ਦਾ ਵੀ ਕੋਈ ਰਾਜਨੀਤਿਕ ਆਦੇਸ਼ ਸਿੱਖ ਕੌਮ ਲਈ ਕਦੇ ਵੀ ਸਾਹਮਣੇ ਨਹੀਂ ਆਇਆ। ਉਹਨਾਂ ਤੇ ਜਿਹੜੇ ਉਸ ਪੋਸਟ ਤੇ ਬੰਦੇ ਲਾਏ ਵੀ ਗਏ, ਉਹਨਾਂ ਦਾ ਸਿਰਫ ਤੇ ਸਿਰਫ ਇੱਕ ਧਾਰਮਿਕ ਹੀ ਪੱਖ ਸੀਗਾ ਤੇ ਧਾਰਮਿਕ ਹੀ ਕਾਬਲੀਅਤ ਸੀ, ਜਿਹਦੇ ਵਿੱਚੋਂ ਉਹਨਾਂ ਨੂੰ ਲਾਇਆ ਗਿਆ ਜੀ। ਜਦ ਕਿ ਉਸ ਜਿਹੜਾ ਅਹਿਮ ਸਥਾਨ ਆ, ਉੱਥੇ ਉਸ ਤਰ੍ਹਾਂ ਦੀ ਸ਼ਖਸੀਅਤ ਆਉਣੀ ਚਾਹੀਦੀ ਆ ਜਿਹਦਾ ਕਿ ਮੁੱਖ ਰੂਪ ਵਿੱਚ ਰਾਜਨੀਤਿਕ ਇੱਕ ਨਜ਼ਰੀਆ ਤੇ ਉਹਨਾਂ ਦਾ ਰਾਜਨੀਤਿਕ ਕੋਈ ਹਿਸਟਰੀ ਜੁੜੀ ਹੋਵੇ। ਜਦ ਕਿ ਜਿਸ ਸਿਧਾਂਤ ਤੇ ਆਪਾਂ ਨੂੰ ਸਿੱਖ ਕੌਮ ਖੜੀ ਆ ਮੇਰੀ ਪੀਰੀ ਦੇ, ਉਹ ਸਿਧਾਂਤ ਆਪਾਂ ਫੋਲੋ ਹੀ ਨਹੀਂ ਕਰ ਰਹੇ। ਆਪਾਂ ਤਾਂ ਪੀਰੀ ਨੂੰ ਵੀ ਇੱਕ ਧਾਰਮਿਕਤਾ ਦੀ ਰੰਗਤ ਦੇ ਰਹੇ ਹਾਂ ਤੇ ਕੋਈ ਉੱਥੋਂ ਰਾਜਨੀਤਿਕ ਜਿਹੜੇ ਹੁਣ ਜਿਵੇਂ ਸਿਚੁਏਸ਼ਨਸ ਨੇ, ਚਾਹੇ ਕੌਮੀ ਇਨਸਾਫ ਮੋਰਚੇ ਦੀ ਚੱਲ ਰਹੀ ਆ ਬੰਦੀ ਸਿੱਖਾਂ ਬਾਰੇ, ਉੱਥੇ ਇੱਕ ਰਾਜਨੀਤਿਕ ਨਜ਼ਰੀਆ ਵੀ ਸਾਹਮਣੇ ਆਉਣਾ ਚਾਹੀਦਾ ਸੀ। ਉਹਨਾਂ ਨੂੰ ਡਾਇਰੈਕਟ ਕਰਨਾ ਚਾਹੀਦਾ ਸੀ ਵੀ ਲੀਗਲ ਐਂਗਲ ਕਿਉਂ ਨਹੀਂ ਉਸ ਤੇ ਵਿਚਾਰੇ ਜਾ ਰਹੇ ਇਹਨਾਂ ਦੀ ਰਿਲੀਜ਼ ਲਈ। ਤੇ ਦੂਸਰਾ ਸਾਹਿਬ ਦੇ ਬਿਆਨਾਂ ਤੋਂ ਕੁਝ ਇੰਟਰਸਟ ਸੈਂਟਰ ਦੇ ਵੀ ਨੇ, ਕਿਉਂਕਿ ਦੇਖੋ ਅਕਾਲੀ ਦਲ ਬਾਦਲ ਸ਼ਰੇਆਮ ਪੋਲੀਟੀਕਲ ਵਿੰਗ ਮਜੀਠਾ ਤੇ ਸੁਖਬੀਰ ਦੀ ਆਲੋਚਨਾ ਕਰ ਚੁੱਕੇ ਨੇ। ਜੇ ਜਥੇਦਾਰ ਸਾਹਿਬ ਇਸ ਮਾਮਲੇ 'ਚ ਸੌਫਟ ਜਾਂ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿਖਾਉਂਦੇ, ਕਿ ਇਹਦੇ 'ਚ ਕੇਂਦਰ ਦਾ ਵੀ ਕੋਈ ਇੰਟਰਸਟ ਹੈ ਜਿਹੜਾ ਉਹਨਾਂ ਨੂੰ ਰਾਸ ਆਉਂਦਾ ਹੈ, ਇਸ ਕਰਕੇ ਡਿਲੇ ਕੀਤਾ ਜਾ ਰਿਹਾ ਹੋਵੇ ਜਥੇਦਾਰ ਸਾਹਿਬ ਵਾਲਾ ਸਪਸ਼ਟ ਫੈਸਲਾ? ਜਿਹੜਾ ਨਾ ਜਦੋਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਸਿੱਖ ਕੌਮ ਦੀਆਂ ਓਵਰ ਪੀਰੀਅਡ ਆਫ ਟਾਈਮ, ਹੁਣ ਦਾ ਨਹੀਂ, ਇਹ ਜਦ ਦਾ ਦਰਬਾਰ ਸਾਹਿਬ ਤੇ ਇੰਡੀਅਨ ਆਰਮੀ ਅਟੈਕ ਹੋਇਆ ਤੋਂ ਬਾਅਦ ਜਿਹੜੀ ਵੀ ਸਿੱਖ ਲੀਡਰਸ਼ਿਪ ਆਈ ਆ, ਉਹ ਆਪਣੇ ਸਿਧਾਂਤ ਤੋਂ ਪਿੱਛੇ ਹਟਦੇ ਰਹੇ ਆ। ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਆਇਆ ਸੀਗਾ ਸੀਨ ਤੇ ਇੱਕ ਰਾਜਨੀਤਿਕ ਪਾਰਟੀ ਵੱਲੋਂ 1920 ਚ, ਇਹਨਾਂ ਨੂੰ ਸਿੱਖ ਕੌਮ ਨੇ 2 ਆਦੇਸ਼ ਦਿੱਤੇ ਸੀ ਇਸ ਸੰਸਥਾ ਦੇ ਲੀਡਰਸ਼ਿਪ ਨੂੰ ਕਿ ਤੁਸੀਂ ਸਿੱਖ ਕੌਮ ਦੀ ਆਜ਼ਾਦ ਹਸਤੀ ਇੱਕ ਨਰੋਈ ਰਾਜਨੀਤਿਕ ਸੋਚ ਲੈ ਕੇ ਅੱਗੇ ਵਧਣਾ, ਤਾਂ ਕਿ ਉਹਦੇ ਨਾਲ ਜਿਹੜੇ ਸਿੱਖ ਕੌਮ ਦੇ ਇੰਟਰਸਟ ਨੇ ਉਹਨਾਂ ਨੂੰ ਤੁਸੀਂ ਬੇਬਾਕੀ ਦੇ ਨਾਲ ਸਮਾਜ ਦੇ ਵਿੱਚ ਰੱਖ ਸਕੋ ਤੇ ਉਹਨਾਂ ਦੀ ਹਰ ਇੱਕ ਪੱਖੋਂ ਪ੍ਰੋਟੈਕਟ ਕਰ ਸਕੋ ਉਸ ਰਾਈਟਸ ਨੂੰ। ਪਰ ਜਦੋਂ ਦਾ ਇਹ ਵਰਤਾਰਾ ਬਿਖਰਦਾ ਰਿਹਾ ਓਵਰ ਪੀਰੀਅਡ ਆਫ ਟਾਈਮ, ਇਹ ਜਦੋਂ ਹੁਣ ਆਪਣੇ ਅੱਗੇ ਗ੍ਰਿਮ ਸਿਚੁਏਸ਼ਨ ਖੜੀ ਆ ਕਿ ਸਿੱਖ ਇੰਸਟੀਟਿਊਸ਼ਨਸ ਨੇ ਉਹ ਵੀਕਨ ਹੋਏ ਨੇ, ਉਹਨਾਂ ਵਿੱਚ 2 ਫਾੜ ਆਏ ਨੇ। ਉਹਦੇ ਵਿੱਚ ਇੱਕ ਕੁਦਰਤੀ ਆ ਕਿ ਉਸ ਟਾਈਮ ਤੇ ਪਹਿਲੇ ਬ੍ਰਿਟਿਸ਼ ਇੰਟਰਫੇਅਰ ਕਰਦਾ ਰਿਹਾ, ਹੁਣ ਜਿਹੜੀ ਰੂਲਿੰਗ ਐਲੀਟ ਆ, ਚਾਹੇ ਇਸ ਤੋਂ ਪਹਿਲੇ ਕਾਂਗਰਸ ਰਹੀ ਆ ਤੇ ਚਾਹੇ ਹੁਣ ਭਾਰਤੀ ਜਨਤਾ ਪਾਰਟੀ ਆ, ਇਹਨਾਂ ਲਈ ਆਪਾਂ ਹੀ ਇੱਕ ਓਪਨ ਫੀਲਡ ਛੱਡ ਰਹੇ ਆ ਤਾਂ ਕਿ ਉਹ ਆਪਣੇ ਪੱਖੀ ਲੋਕਾਂ ਨੂੰ ਜਿਹੜੇ ਕਿ ਸਿੱਖ ਕੌਮ ਦੇ ਵਿੱਚ ਨੇ ਉਹਨਾਂ ਨੂੰ ਉਹ ਅੱਗੇ ਲਿਆ ਕੇ ਇਹਨਾਂ ਅਹਿਮ ਸੰਸਥਾਵਾਂ ਤੇ ਕੰਟਰੋਲ ਕਰ ਸਕਣ ਜਾਂ ਉਹਨਾਂ ਦੇ ਨੈਰੇਟਿਵ ਨੂੰ ਆਪਣੇ ਪੱਖ ਦੇ ਹਿਸਾਬ ਨਾਲ ਅੱਗੇ ਤੋਰ ਸਕਣ। ਇਹ ਤਾਂ ਬਟ ਨੈਚੁਰਲ ਆ ਜਦੋਂ ਇਦਾਂ ਦੀ ਗੱਲ ਹੋਊਗੀ, ਜਦੋਂ ਲੀਡਰਸ਼ਿਪ ਦੇ ਵਿੱਚ ਕਨਫਿਊਜ਼ਨ ਆ। ਅਕਾਲੀ ਦਲ ਆਪਣੀ ਹੋਂਦ ਲੱਭ ਰਿਹਾ ਕਿਉਂਕਿ ਉਹ ਆਪਣੀ ਹੋਂਦ ਹੀ ਗਵਾ ਚੁੱਕੇ ਨੇ। ਕਿਉਂਕਿ 2015 ਤੋਂ ਬਾਅਦ ਜੇ ਆਪਾਂ ਦੇਖ ਲਈਏ, ਅਕਾਲੀ ਦਲ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਮਜ਼ੋਰ ਕੀਤਾ ਗਿਆ, ਚਾਹੇ ਉਹਨਾਂ ਦੀ ਆਪਣੀ ਇੰਟਰਨਲ ਜਿਹੜੀਆਂ ਉਹਨਾਂ ਦੀਆਂ ਬਿਕਰਿੰਗ ਸੀਗੀਆਂ, ਚਾਹੇ ਉਹਨਾਂ ਦੀਆਂ ਇੰਟਰਨਲ ਆਪਣੀਆਂ ਸੈਲਫ ਕਮਜ਼ੋਰੀਆਂ ਸੀਗੀਆਂ, ਪਰ ਅਕਾਲੀ ਦਲ ਨੂੰ ਉਹਨਾਂ ਨੇ ਇਨਡਾਇਰੈਕਟਲੀ ਜਿਹੜਾ ਨੈਸ਼ਨਲ ਪਾਰਟੀ ਆ ਉਹਨੇ ਇੰਨਾ ਟਾਰਗੇਟ ਕੀਤਾ ਕਿ ਉਹਨਾਂ ਨੂੰ ਇਸ ਤਰ੍ਹਾਂ ਉਲਝਾ ਦਿੱਤਾ ਕਿ ਉਹਨਾਂ ਦਾ ਸਿੱਖ ਕੌਮ ਤੋਂ ਜਿਹੜਾ ਹੈਗਾ ਸਿੱਖ ਕੌਮ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਗਿਆ
ਤੇ ਉਹ ਹੁਣ ਅਦਰ ਆਲਟਰਨੇਟਿਵ ਮੀਨਸ ਤੇ ਮੇਜਰਸ ਦੇਖ ਰਹੇ ਨੇ। ਉਹ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਸ਼ਾਰਟਕਟ ਅਪਣਾ ਰਹੇ ਨੇ, ਜਿਹਦੇ ਨਾਲ ਕਿ ਹੋਰ ਜਿਹੜੀ ਕਨਫਿਊਜ਼ਨ ਆ ਉਹ ਸਿੱਖ ਕੌਮ ਵਿੱਚ ਉੱਭਰੂਗੀ। ਹੁਣ ਤੁਸੀਂ ਦੇਖ ਲਓ ਵੀ ਬਲਵਿੰਦਰ ਸਿੰਘ ਕੱਲ ਕੁਝ ਕਹਿ ਰਹੇ ਨੇ ਤੇ ਹੁਣ ਉੱਥੋਂ ਦੇ ਹੋਰ ਮੋਹਤਬਾਰ ਸੱਜਣ ਉਸ ਦੇ ਬਿਆਨ ਬਾਰੇ ਮਾਫੀ ਮੰਗ ਰਹੇ। ਇੱਕ ਇੰਡੀਵਿਜੂਅਲ ਅੱਗੇ ਕਿ ਇੰਨੀ ਕਮਜ਼ੋਰ ਜੇ ਕਮੇਟੀਆਂ ਦੇ ਮੈਂਬਰ ਨੇ, ਉਹ ਬੰਦੀ ਸਿੰਘਾਂ ਦੇ ਇਸ਼ੂ ਨੂੰ ਕਿਵੇਂ ਰਿਜ਼ੋਲਵ ਕਰ। ਬਿਲਕੁਲ, ਮਤਲਬ ਆ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਆਪ ਹੀ ਅਫਰੇਡ ਤੁਹਾਡੀ ਮਾਈਂਡ ਸੈਟ ਆ, ਉਹ ਸਟੇਟ ਦੇ ਅੱਗੇ ਆਪਣੇ ਆਪ ਨੂੰ ਕਿਵੇਂ ਪ੍ਰੈਜ਼ੈਂਟ ਕਰ ਸਕੂ। ਜੀ, ਜਿਹੜੀ ਗਿੱਲ ਸਾਹਿਬ ਸਿੱਖ ਕੌਮ ਦੀ ਸਥਿਤੀ ਹੈ, ਦੇਖੋ RSS ਬੜੀ ਸਟਰੋਂਗ ਜਮਾਤ ਹੈ, ਬੜੇ ਇੰਟਲੈਕਚੁਅਲ ਲੋਕ ਨੇ, ਬੜੇ ਸਮਰਪਿਤ ਲੋਕ ਨੇ। ਉਹ ਆਪਣੇ ਧਰਮ ਪ੍ਰਤੀ ਪਿੱਛੇ ਭਾਵੇਂ ਕਾਰਪੋਰੇਟ ਸਪੋਰਟ ਕਰਦਾ ਹੈ। RSS ਦੀ 2024 ਤੋਂ ਪਹਿਲਾਂ ਇੱਕ ਬਹੁਤ ਵੱਡੀ ਮੀਟਿੰਗ ਹੈ, ਜਿਹੜੀ ਆਖਰੀ ਮੀਟਿੰਗ ਹੈ, ਵੱਡਾ ਸਮਾਗਮ ਹਰਿਆਣਾ ਦੇ ਸਮਾਲਖਾ 'ਚ ਹੋ ਰਿਹਾ, ਜਿਹਦੇ ਵਿੱਚ BJP ਚੀਫ JP ਨੱਡਾ ਤੇ ਮੋਹਨ ਲਾਲ ਖੱਟੜ, RSS ਮੁਖੀ ਜਿਹੜੇ ਨੇ ਮੋਹਨ ਭਾਗਵਤ, ਦੱਤਾ ਹਸਬੋਲੇ, ਬਹੁਤ ਸਾਰੇ ਲੋਕ ਪੁੱਜੇ ਨੇ। ਜਿਹੜਾ ਉਹਨਾਂ ਨੇ ਥੋੜ੍ਹਾ ਜਿਹਾ ਡਾਟਾ ਦਿੱਤਾ ਕਿ ਦੇਸ਼ ਭਰ ਦੇ ਵਿੱਚ ਇਸ ਵਕਤ 42,613 ਸਥਾਨਾਂ 'ਤੇ ਉਹਨਾਂ ਦੀ ਸ਼ਾਖਾ ਲੱਗਦੀ ਹੈ। 2022 'ਚ 37,903 ਸੀ, ਜਿਹੜੀ ਕਿ ਹੁਣ ਸ਼ਾਖਾ ਜਿਹੜੀ ਹੈ 68,651 ਆ। ਜਿਹੜੀ ਮਤਲਬ 2022 'ਚ 42,613 ਸਥਾਨਾਂ 'ਤੇ ਇਹਨਾਂ ਦੀ ਸ਼ਾਖਾ ਲੱਗਦੀ ਸੀ ਤੇ 2022 ਤੋਂ ਪਹਿਲਾਂ ਇਹ 37,903 ਥਾਵਾਂ 'ਤੇ ਸੀ ਤੇ ਸ਼ਾਖਾ ਦੀ ਸੰਖਿਆ ਇਸ ਵਕਤ 68,651 ਦੇਸ਼ ਭਰ ਦੇ ਵਿੱਚ, ਜੋ ਪਿਛਲੇ ਸਾਲ ਦੇ ਮੁਕਾਬਲੇ 15% ਜ਼ਿਆਦਾ ਹੈ। ਤੇ ਇਹਨਾਂ ਸੰਸਥਾਵਾਂ ਦੀ ਸੰਖਿਆ ਦੇਸ਼ ਭਰ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਇਹਨਾਂ ਦਾ ਟੀਚਾ ਕਿ 2025 ਦੇ ਵਿੱਚ RSS ਦੇ ਸੰਘ ਦੇ 100 ਸਾਲ ਪੂਰੇ ਹੋਣ 'ਤੇ ਹਰ ਪਿੰਡ ਗ੍ਰਾਂ 'ਚ ਇਹਨਾਂ ਦੀ ਸ਼ਾਖਾ ਲੱਗੇਗੀ। ਆਪਣਾ ਧਰਮ ਵਿਸ਼ੇਸ਼ ਹੈ, ਸਭ ਨੂੰ ਵਧਾਉਣ ਦਾ ਅਧਿਕਾਰ ਹੈ, ਬਸ਼ਰਤੇ ਦੂਸਰੇ ਦੇ ਧਰਮ ਨੂੰ ਕੋਈ ਖੋਰਾ ਨਾ ਲੱਗੇ। ਨਾ ਰੰਗਜੇਬ ਦਾ ਤਲਵਾਰ ਰੂਪੀ ਤੇ ਨਾ ਕਿਸੇ ਦਾ ਤਿਕੜਬਾਜ਼ ਰੂਪੀ। ਆਪਣੀ ਅਛਾਈ ਦੀ, ਗੁੱਡਵਿਲ ਦੀ ਬਣਾ 'ਤੇ ਹਰ ਇੱਕ ਨੂੰ ਆਪਣਾ ਧਰਮ ਵਧਾਉਣ ਦਾ ਅਧਿਕਾਰ ਹੈ। ਸਿੱਖਾਂ ਨੇ ਵੀ ਵਧਾਇਆ, ਆਪਣੀ ਖਾਸੀਅਤ ਨਾਲ ਵਧਾਇਆ ਕਿ ਸਿਰ ਧਰ ਤਲੀ ਗਲੀ ਮੋਰੀ ਆਓ, ਇੱਕ ਇਸ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਉਹਦੇ ਇੱਕ ਸੱਚੇ ਸੁੱਚੇ ਮਾਨੇ ਸੀ, ਪਰ ਅੱਜ ਕੱਲ੍ਹ ਕਈ ਹੋਰ ਚੀਜ਼ਾਂ ਇਸ ਦੇ ਵਿੱਚ ਆ ਰਹੀਆਂ ਨੇ। RSS ਵੱਧ ਰਹੀ ਹੈ, ਦੇਸ਼ ਨੂੰ ਉਹ ਹਿੰਦੂ ਰਾਸ਼ਟਰ ਹਿੰਦੁਸਤਾਨ ਬਣਾ ਰਹੇ ਨੇ। ਸੇਮ ਸੈਕਸ 'ਤੇ ਉਹ ਕਹਿੰਦੇ ਵਿਆਹ ਨਹੀਂ ਹੋ ਸਕਦਾ ਦੋ ਸੇਮ ਜੈਂਡਰ ਦੇ ਵਿੱਚ। ਸੁਪਰੀਮ ਕੋਰਟ ਹਾਲਾਂਕਿ ਇਸ 'ਤੇ ਸੁਣਵਾਈ ਕਰ ਰਹੀ ਹੈ, ਪਰ ਇਸ ਤੋਂ ਪਹਿਲਾਂ RSS ਦਾ ਸੇਮ ਸੈਕਸ ਨੂੰ ਰਿਜੈਕਟ ਕਰਨਾ ਕਿ ਸੇਮ ਸੈਕਸ ਦੇ ਵਿੱਚ ਸ਼ਾਦੀ ਕਿੱਦਾਂ ਹੋ ਸਕਦੀ ਹੈ, ਹਾਲਾਂਕਿ ਸੁਪਰੀਮ ਕੋਰਟ 'ਚ ਸੁਣਵਾਈ ਵਿਚਾਰ ਅਧੀਨ ਹੈ ਇਸ 'ਤੇ। ਸੋ ਗੱਲ ਕਰੀਏ ਜਿਹੜੇ ਦੂਸਰੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੇ, ਭਾਵੇਂ ਸਿੱਖ ਨੇ, ਖਾਸ ਕਰਕੇ ਮੁਸਲਿਮ ਨੇ, ਉਹਨਾਂ 'ਤੇ ਕੀ ਅਸਰ ਪਏਗਾ, ਕਿਉਂਕਿ RSS BJP ਸੇਮ ਆਈਡੀਓਲੋਜੀ ਆ। ਜਿਹੜੇ JP ਨੱਡਾ ਸਾਹਿਬ ਦਾ ਉੱਥੇ ਆਉਣਾ, ਹੋਰ ਸੰਸਥਾਵਾਂ ਦਾ ਆਉਣਾ, ਕਿਵੇਂ ਵੇਖਦੇ ਹੋ? ਘੱਟ ਗਿਣਤੀਆਂ ਜਾਂ ਘੱਟ ਗਿਣਤੀ ਧਰਮਾਂ ਦੇ ਪ੍ਰਤੀ ਜਾਂ ਸਿਆਸਤ ਪ੍ਰਤੀ, ਖਾਸ ਕਰਕੇ ਖੇਤਰੀ ਸੂਬੇ ਜਿਹੜੇ ਨੇ ਪੰਜਾਬ ਵਰਗੇ, ਜਿਨ੍ਹਾਂ ਦੀ ਭਾਸ਼ਾ, ਜਿਨ੍ਹਾਂ ਦਾ ਧਰਮ, ਜਿਨ੍ਹਾਂ ਦੀ ਸ਼ਨਾਖਤ ਵੱਖਰੀ ਹੈ, ਉਹਨਾਂ 'ਤੇ ਕੀ ਅਸਰ ਇਸ ਵੱਧਦੇ ਹੋਏ RSS ਦੇ ਕਾਰਵੇ ਦਾ ਵੇਖਦੇ ਹੋ? ਜੀ ਗਿੱਲ ਸਾਹਿਬ, ਪਹਿਲੇ ਨਾ ਜਦੋਂ ਤੁਸੀਂ ਲਾਹੌਰ ਦਾ ਪੰਜਾਬ ਯੂਨੀਵਰਸਿਟੀ ਦਾ ਇੰਸੀਡੈਂਟ ਦੀ ਉਹ ਟਾਰਗੇਟ ਹੋਏ ਨੇ, ਉਸੇ ਮਤਲਬ ਕਿ ਸੰਦਰਭ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਵੀ ਦਿੱਲੀ ਦੇ ਵਿੱਚ ਹੋਲੀ ਵਾਲੇ ਦਿਨ ਹੀ ਇੱਕ ਜੈਪਨੀਜ਼ ਵੂਮਨ ਨੂੰ ਜਿਵੇਂ ਟਾਰਗੇਟ ਕੀਤਾ ਗਿਆ, ਬੇਇੱਜ਼ਤ ਕੀਤਾ ਗਿਆ, ਉਸ ਨਾਲ ਇੰਡੀਆ ਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਸਮਾਜ ਵਿੱਚ ਪ੍ਰਚਲਿਤ ਰਵਾਇਤਾਂ ਤੋਂ ਹੀ ਸਮਾਜ ਦੇ ਮਿਆਰ ਦਾ ਪਤਾ ਲੱਗਦਾ। ਇਹਨਾਂ ਰਾਹੀਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਸੋਸ਼ਲ ਸਟੈਂਡਿੰਗ ਹੈ ਕੀ ਐਕਚੁਅਲ ਦੇ ਵਿੱਚ। ਇਹ ਚੀਜ਼ ਜੈਪਨੀਜ਼ ਵੂਮਨ ਨੇ ਉਸੇ ਰਾਤ ਇੰਡੀਆ ਤੋਂ ਚਲੀ ਗਈ ਆ ਤੇ ਉਹ ਬੰਗਲਾਦੇਸ਼ ਚਲੀ ਗਈ। ਉਹਨੇ ਰਿਪੋਰਟ ਕਰਨਾ ਵੀ ਠੀਕ ਨਹੀਂ ਸਮਝਿਆ ਕਿ ਮੈਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ ਇਸ ਦੇਸ਼ ਦੇ ਵਿੱਚ। ਸ਼ੀ ਵਾਜ਼ ਏ ਟੂਰਿਸਟ ਤੇ ਰਾਤੋਂ ਰਾਤ ਉਹ ਛੱਡ ਕੇ ਬੰਗਲਾਦੇਸ਼ ਚਲੀ ਗਈ। ਹੁਣ ਪਤਾ ਨਹੀਂ ਉਹ ਜਾਪਾਨ ਵਾਪਸ ਗਈ ਆ ਕਿ ਨਹੀਂ, ਪਰ ਉਹ ਕੀ ਸੋਚ ਲੈ ਕੇ ਜਾਪਾਨ ਚ ਜਾਊਗੀ, ਕਿਸ ਤਰ੍ਹਾਂ ਦਾ ਇੱਥੇ ਸਮਾਜ ਦਾ ਮਿਆਰ ਆ। ਜਿੱਥੋਂ ਤੱਕ ਤੁਸੀਂ ਕੀਤੀ RSS ਦੀ ਗੱਲ, RSS ਨੇ ਪਿਛਲੇ ਸਾਲ ਵੀ ਆਪਣੇ ਸ਼ਾਖਾ ਦੇ ਵਿੱਚ ਮੁੱਖ ਜਦੋਂ ਇਹਨਾਂ ਦਾ ਹੁੰਦਾ ਸਾਲਾਨਾ, ਉਦੋਂ ਇਹਨਾਂ ਨੇ ਦਾਅਵਾ ਕੀਤਾ ਸੀ ਕਿ 2025 ਤੱਕ ਸਾਡੀ 1 ਲੱਖ ਸ਼ਾਖਾ ਹੋਊਗੀ ਸਾਰੇ ਭਾਰਤ ਦੇ ਅੰਦਰ, ਕਿਉਂਕਿ ਇਹਨਾਂ ਦਾ ਲਗਾਤਾਰ ਇਨਫਲੂਐਂਸ ਵੱਧ ਰਿਹਾ ਹੈਗਾ। ਨੋ ਡਾਊਟ ਕਿ ਇਹ ਬੜੀ ਕੈਡਰ ਬੇਸਡ ਇੱਕ ਡਿਸਿਪਲਿਨਡ ਆਰਗੇਨਾਈਜੇਸ਼ਨ ਆ, ਜਿਹਦੀ ਹੋਰ ਕਿਸੇ ਵੀ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਮਿਲਦੀ। ਜੀ ਬਿਲਕੁਲ।
ਇਹਨਾਂ ਦੀ ਠੀਕ ਹੈ, ਇਹਨਾਂ ਦੀ ਜਿਹੜੀ ਫਿਲਾਸਫੀ ਆ ਹਿੰਦੂਤਵਾ ਫਿਲਾਸਫੀ ਆ। ਜਦੋਂ RSS ਹੋਣ ਚ ਆਈ ਸੀ ਤਾਂ ਇਹਨਾਂ ਦੇ ਜਿਹੜੇ ਰੋਲ ਮਾਡਲ ਤੇ ਜਿਹੜੇ ਇਹਨਾਂ ਨੇ ਆਪਣੇ ਹੀਰੋ ਮੰਨੇ ਸੀ, ਉਹਨਾਂ ਨੂੰ ਇਹਨਾਂ ਦੇ ਉਸ ਟਾਈਮ ਦੇ ਲੀਡਰ ਜਾ ਕੇ ਮਿਲ ਕੇ ਵੀ ਆਏ ਸੀ। ਉਹ ਸੀਗਾ ਇਟਲੀ ਦਾ ਤਾਨਾਸ਼ਾਹੀ ਰੂਲਰ ਮੁਸੋਲਿਨੀ ਤੇ ਜਰਮਨੀ ਦਾ ਤਾਨਾਸ਼ਾਹੀ ਰੂਲਰ ਹਿਟਲਰ, ਅਡੋਲਫ ਹਿਟਲਰ। ਤੁਸੀਂ ਦੇਖੋ ਇਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਸਲੂਟ ਵੀ ਆ ਉਹ ਕਾਫੀ ਹੱਦ ਤੱਕ ਨਾਜ਼ੀ ਸਲੂਟ ਦੇ ਨਾਲ ਉਹਦੀ ਤੁਲਨਾ ਕੀਤੀ ਜਾ ਸਕਦੀ। ਪਰ ਮੈਂ ਕਹਿੰਦਾ ਵੀ ਉਹਨਾਂ ਨੇ ਪਰ ਆਪਣੀ ਜਿਸ ਤਰ੍ਹਾਂ ਵੀ ਆਰਗੇਨਾਈਜੇਸ਼ਨ ਖੜੀ ਕੀਤੀ, ਅੱਜ ਇੱਕ ਬਹੁਤ ਡਿਸਿਪਲਿਨ ਤੇ ਆਰਗੇਨਾਈਜ਼ਡ ਫੋਰਸ ਆ ਜੀ। ਉਹ ਕੈਡਰ ਬੇਸ ਚੱਲਦੀ ਆ, ਉਹ ਕੋਈ ਪਰਿਵਾਰੂ ਜਗੀਰ ਨਹੀਂ ਹੈਗੀ। ਜਿਸ ਤਰ੍ਹਾਂ ਦਾ ਪਰਛਾਵਾਂ ਸਿੱਖ ਕੌਮ ਵਿੱਚ ਭਾਰੂ ਹੋ ਚੁੱਕਿਆ। ਦੂਜਾ ਜਿਹੜਾ ਸਿੱਖ ਕੌਮ ਕੋ ਫਲਸਫਾ ਸੀਗਾ ਮੀਰੀ ਪੀਰੀ ਦਾ, ਤੇ ਰਾਹੀਂ ਆਪਾਂ ਆਪਣੇ ਸਮਾਜ ਨੂੰ, ਆਪਣੀ ਕੌਮ ਨੂੰ ਬੁਣਨਾ ਸੀਗਾ। ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਆਪਾਂ ਤਾਂ ਮੁੱਢਲੇ ਸਿਧਾਂਤਾਂ ਤੋਂ ਹੀ ਫਿਸਲ ਚੁੱਕੇ ਹਾਂ। ਆਪਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਆਪਣਾ ਇੱਕ ਨਰੋਇਆ ਸਮਾਜ ਜਾਂ ਸਿੱਖ ਕੌਮ ਨੂੰ ਬੁਣਿਆ ਜਾਊਗਾ, ਉਸ ਕਮਜ਼ੋਰੀ ਵਿੱਚੋਂ ਹੀ ਇੰਨੇ ਡੇਰੇ ਤੇ ਵੱਖ-ਵੱਖ ਸੈਕਟਸ ਜਿਹੜੇ ਨੇ, ਚਾਹੇ ਇਹਦੇ ਵਿੱਚੋਂ ਨਾਮਧਾਰੀ ਨਿਕਲੇ ਨੇ, ਚਾਹੇ ਨਿਰੰਕਾਰੀ ਨਿਕਲੇ ਨੇ, ਜਾਂ ਹੋਰ ਆਪਾਂ ਦੇਖ ਲਿਆ ਸਰਸੇ ਵਾਲਾ ਡੇਰਾ, ਜਾਂ ਹੋਰ ਬਹੁਤ ਮਤਲਬ ਕਿ ਰਵੀਦਾਸੀਆ ਕਲਟ ਆਪਣੇ ਤੋਂ ਅੱਡ ਹੋਏ ਨੇ। ਇਹ ਸਾਰੇ ਉਸ ਵਿੱਚੋਂ ਆਪਣੀ ਕਮਜ਼ੋਰੀਆਂ ਚੋਂ ਨਿਕਲੇ ਨੇ। ਉਹਨਾਂ ਨੇ ਪੈਰਲਲ ਆਪਣਾ ਗ੍ਰੰਥ ਬਣਾਇਆ ਹੋਇਆ ਜੀ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਸਿੱਖ ਕੌਮ ਦਾ ਵੱਡਮੁੱਲਾ ਸਰਮਾਇਆ ਇੱਕ ਪਰਿਵਾਰ ਕੋਲੇ ਪਿਆ, ਜਿਹੜਾ ਕਿ ਆਪਣੇ ਗੁਰੂ ਸਾਹਿਬ ਦੀ ਲਿਖੀ ਹੋਈ ਆਪਣਾ ਆ ਗ੍ਰੰਥ ਆ ਜੀ। ਅੱਜ ਤੱਕ ਵੀ ਆਪਾਂ ਉਸ ਤੇ ਆਪਣੀ ਦਾਅਵੇਦਾਰੀ ਸਿੱਖ ਕੌਮ ਜਤਾ ਨਹੀਂ ਸਕੀ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਤੁਹਾਡੀ ਜਿਹੜੀ ਇੰਟਰਨਲ ਕਮਜ਼ੋਰੀਆਂ ਆਈਆਂ ਨੇ, ਉਹਨਾਂ ਵਿੱਚੋਂ ਹੀ ਇਸ ਤਰ੍ਹਾਂ ਦੀਆਂ ਗਰਾਫਟਾਂ ਆਪਣੇ ਸਾਹਮਣੇ ਆਈਆਂ ਨੇ। ਮੈਂ ਵੀ ਇਹ ਜਦੋਂ ਸਟੱਡੀ ਕਰਦਾ ਤਾਂ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਅਸੀਂ ਦੁਨੀਆ ਦੇ ਮਿਆਰ ਤੇ ਸਿੱਖ ਕੌਮ ਇੱਕ ਐਡਾ ਨਾਮੀ ਫਲਸਫਾ, ਜਿਹਦੇ ਬਾਰੇ ਦੁਨੀਆ ਦੇ ਟੌਪ ਇੰਟੈਲੈਕਚੁਅਲਸ, ਪ੍ਰੋਫੈਸਰਸ, ਫਿਲਾਸਫਰਸ ਬਾਰ-ਬਾਰ ਜ਼ਿਕਰ ਕਰਦੇ ਆ ਕਿ ਦੁਨੀਆ ਦੇ ਵਿੱਚ ਜੇ ਕੋਈ ਪ੍ਰੋਗਰੈਸਿਵ ਥਾਟ ਆ ਤਾਂ ਉਹ ਸਿੱਖ ਫਿਲਾਸਫੀ ਆ। ਪਰ ਸਮਹਾਉ ਵਨ ਵੇ ਔਰ ਦੀ ਅਦਰ ਅਸੀਂ ਇਸ ਨੂੰ ਇੱਕ ਸੀਕੁਐਂਸ ਵਾਈਜ਼, ਇੱਕ ਉਸ ਤਰ੍ਹਾਂ ਦੀ ਸਟਰੈਂਥ ਦੇ ਨਾਲ ਦੁਨੀਆ ਸਾਹਮਣੇ ਰੱਖ ਨਹੀਂ ਸਕੇ। ਆਪਾਂ ਦੇਖਦੇ ਕਿ ਆਪਾਂ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਦੇ ਲਈ ਇੱਕ ਦੂਜੇ ਦੀਆਂ ਪੱਗਾਂ ਤੱਕ ਲਾ ਦਿੰਦੇ ਆ। ਈਵਨ ਵੈਸਟਰਨ ਵਰਲਡ ਦੇ ਵਿੱਚ ਕਿੰਨੀ ਵਾਰੀ ਪੁਲਿਸ ਐਂਟਰ ਕਰਦੀ ਆ ਗੁਰਦੁਆਰਾ ਪ੍ਰਿੰਸੈਸ ਦੇ ਵਿੱਚ। ਵੈਸਟਰਨ ਵਰਲਡ ਦੇ ਵਿੱਚ ਜਿੱਥੇ ਕਿ ਸਿਵਲਾਈਜ਼ਡ ਸੋਸਾਇਟੀ ਰਹਿੰਦੀ ਆ, ਜਿਹਨੂੰ ਆਪਾਂ ਕਹਿੰਦੇ ਕਿ ਸਿਵਿਕ ਸੋਸਾਇਟੀਜ਼ ਨੇ, ਉੱਥੇ ਆਪਣੇ ਲੋਕ ਕਿਸ ਤਰ੍ਹਾਂ ਦੀ ਸਿੱਖ ਕੌਮ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਦੀਆਂ ਪ੍ਰਵਰਤੀਆਂ ਕਰ ਰਹੇ ਨੇ, ਇਹ ਕੋਈ ਲੁਕੀਆਂ ਨਹੀਂ ਆਪਣੇ ਤੋਂ। ਬਿਲਕੁਲ ਕੰਧਾਂ ਕਾਲੀਆਂ ਕੀਤੀਆਂ ਜਾ ਰਹੀਆਂ ਨੇ, ਫੋਕੇ ਨਾਅਰੇ ਮਾਰਦੇ ਨੇ, ਵੱਡੇ ਝੂਠੇ ਦਾਅਵੇ ਕਰਦੇ ਨੇ, ਜਿਹਦਾ ਕੋਈ ਸਿਰ ਨਹੀਂ, ਨਾ ਪੈਰ ਆ, ਨਾ ਕੋਈ ਆਧਾਰ। ਅਸੀਂ ਪੈਟਰਨ ਹੀ ਇਹ ਰੱਖ ਲਿਆ ਨਾ। ਹੁਣ ਵਾਰਸ ਪੰਜਾਬ ਵਾਲੇ ਕਹਿੰਦੇ ਅਸੀਂ ਵਾਰਸ ਹਾਂ। ਅਮਰਤਪਾਲ ਸਿੰਘ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਕਹਿੰਦਾ ਜਿਹਦਾ ਛਿੱਤਰ ਤਕੜਾ ਉਹਦਾ ਸਭ ਕੁਝ ਹੋਊਗਾ। ਇਹ ਸਾਡਾ ਸਿਧਾਂਤ ਹੈ। ਤੇ ਫਿਰ ਛਿੱਤਰ ਦਾ ਰਾਜ ਹੈ, ਛਿੱਤਰ ਖਾਓ, ਤੇ ਸੋਚ ਜਾਂ ਸੰਜੀਦਗੀ ਦਾ ਹੱਲ ਕੋਈ ਨਹੀਂ ਹੈ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਭਾਰਤੀ ਸਮੇਂ ਤੱਕ ਰੇਡੀਓ ਤੇ ਲਾਈਵ ਹੁੰਦੇ। ਆਪਣੀ ਵੈਬਸਾਈਟ tivanaradio.com, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ। ਇਹਨਾਂ ਪ੍ਰੋਗਰਾਮਾਂ ਦਾ ਫੇਸਬੁੱਕ ਦਾ ਤੇ ਟਿਵਾਣਾ ਰੇਡੀਓ ਦਾ YouTube ਦਾ ਲਿੰਕ ਤੁਸੀਂ ਮੰਗਵਾਉਣਾ ਆਪਣੇ WhatsApp ਤੇ। ਤਾਂ ਆਪਣਾ WhatsApp ਗਰੁੱਪ ਨੰਬਰ ਹੈ 9876309655 9876309655। ਟਿਵਾਣਾ ਰੇਡੀਓ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦਾ ਫਾਲੋ ਤੇ ਲਾਈਕ ਬਟਨ ਦਬਾ ਦਿਓ। ਧੰਨਵਾਦ। ਤੇ ਗਿੱਲ ਸਾਹਿਬ ਬਹੁਤ ਮਸ਼ਕੂਰ ਹਾਂ ਤੁਹਾਡੇ, ਤੁਸੀਂ ਆਪਣੀ ਮਸ਼ਰੂਫੀਅਤ ਚੋਂ ਕੁਝ ਪਲ ਸਾਡੇ ਸਰੋਤਿਆਂ ਲਈ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ। ਮੈਂ ਲਾਸਟ ਵਰਡ ਜੀ ਪਲੀਜ਼ ਵੈਲਕਮ। ਅੱਜ ਜੋ ਆਪਣੀ ਸਿਚੁਏਸ਼ਨ ਆ ਨਾ, ਉਹਦੇ ਬਾਰੇ ਸਰਜੀਤ ਗਿੱਲ ਦੀਆਂ ਮੈਂ 2 ਲਾਈਨਾਂ ਕੋਟ ਕਰਦਾ ਵੀ ਨਾ ਪੰਜ ਰਿਹਾ, ਨਾ ਪੰਜ ਰਹੇ, ਨਾ ਆਪ ਰਿਹਾ, ਨਾ ਇੱਥੇ ਬੰਦੇ ਨੂੰ ਆਪ ਯਾਦ ਰਿਹਾ। ਤੇਰੇ ਨਾ ਮੇਰੇ ਵਿੱਚ, ਮੇਰੇ ਨਾ ਤੇਰੇ ਵਿੱਚ, ਨਾ ਪਿਆਰ, ਨਾ ਸਤਿਕਾਰ, ਤੇ ਨਾ ਹੀ ਉਹਨਾਂ ਇਤਬਾਰ ਰਿਹਾ, ਤੇ ਨਾ ਇਹ ਤੇਰਾ ਪੰਜਾਬ ਰਿਹਾ। ਜੀ ਥੈਂਕ ਯੂ। ਬਹੁਤ ਖੂਬ ਗਿੱਲ ਸਾਹਿਬ, ਧੰਨਵਾਦ।
ਸੋ ਇਹ ਸਨ ਦੋਸਤੋ ਰਣਜੀਤ ਸਿੰਘ ਕੁੱਕੀ ਗਿੱਲ ਤੇ ਇਸ ਦੇ ਨਾਲ ਹੀ ਟਿਵਾਣਾ ਟੀਵੀ ਤੇ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਇੱਥੇ ਹੀ ਆ ਗਿਆ ਚਾਹਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।